ਵਾਹਿਗੁਰੂ 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 ਵਾਹਿਗੁਰੂ। ਧੰਨ ਵਾਹਿਗੁਰੂ ਸਾਹਿਬ ਜੀ। ਗੁਰੂ ਨਾਨਕ ਪਗ ਪੰਕਜ ਬੰਦਨ ਪਗ ਪੰਕਜ ਬੰਦਨ ਸਿਮਰਉ ਅੰਗਦ ਦੁਖ ਨਿਕੰਦਨ ਅਮਰਦਾਸ ਗੁਰ ਹਿਰਦੈ ਧਿਆਵ ਗੁਰ ਹਿਰਦੈ ਧਿਆਵ ਸ੍ਰੀ ਗੁਰੂ ਰਾਮਦਾਸ ਗੁਣ ਗਾਵੋ ਗੁਰ ਅਰਜੁਨ ਬਿਗਨਨ ਕੇ ਨਾਸ਼ਕ ਬਿਗਨਨ ਕੇ ਨਾਸ਼ਕ ਹਰ ਗੋਬਿੰਦ ਸ਼ਬਦ ਸੁਮਤ ਪ੍ਰਕਾਸ਼ਕ ਸ੍ਰੀ ਹਰਿ ਰਾਇ ਨਮੋ ਕਰ ਜੋਰੀ ਨਮੋ ਕਰ ਜੋਰੀ ਸ੍ਰੀ ਹਰਿ ਕ੍ਰਿਸ਼ਨ ਮਨਾਵ ਭਉਰੀ ਤੇਗ ਬਹਾਦਰ ਪਰਮ ਕਿਰਪਾਲਾ ਪਰਮ ਕਿਰਪਾਲਾ ਸ੍ਰੀ ਗੁਰੂ ਗੋਬਿੰਦ ਸਿੰਘ ਵਿਸ਼ਾਲ ਤਰੁ ਤਰਾ ਪਰ ਪੁਨ ਪੁਨ ਸੀਸਾ ਪੁਨ ਪੁਨ ਸੀਸਾ ਬੰਦਾ ਬਾਰ ਬਾਰ ਜਗਦੀਸਾ ਯਮ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਉਧਦ ਬੰਦਉ ਕਰ ਅਨੁਰਾਗ ਏਕ ਓੰਕਾਰ ਸਤਿਗੁਰੂ ਤਹਿ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਵਿਨਾਸ਼ਨ ਸੋਏ ਵਾਹਿਗੁਰੂ ਜੀ ਕੀ ਫਤਿਹ। ਬਿਘਨ ਵਿਨਾਸ਼ਨ ਸੋਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਕਬਿਤ ਸੁਲਹੀ ਸੁਲਹੀ ਸੁਧ ਮਹਾ ਦੁਰਬੁੱਧੀ ਕੂਰ ਆਨੰਦ ਬਲੰਦ ਤੇ ਬਦਨ ਮੁਸਕਾਏ ਕਰ ਗਇਓ ਭਾਜ ਜਾਨ ਦੇਹੋ ਕਾਹੇ ਤਿਸ ਨਾਮ ਲੇਹੋ ਰਾਖੋ ਨਿਜ ਗੇਹ ਸਭ ਨਗਰੀ ਬਸਾਏ ਕਰ ਸੁਲਹੀ ਸੁਲਹੀ ਸੁਧ ਮਹਾ ਦੁਰਬੁੱਧੀ ਦੂਰ ਕਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਕਿਰਪਾ ਨਿਧਾਨ ਬਾਣੀ ਦੇ ਬੋਹਿਤ ਨਾਮ ਦੇ ਜਹਾਜ ਕੋਟ ਬ੍ਰਹਮੰਡਾਂ ਦੇ ਮਾਲਕ ਪਰਮੇਸ਼ਵਰ ਜੀ ਦਾ ਨਿਜ ਸਵਰੂਪ ਵਾਹੋ ਵਾਹੋ ਬਾਣੀ ਨਿਰੰਕਾਰ ਹੈ ਤਿਸ ਜੀਵਡ ਅਵਰ ਨਾ ਕੋਇ। ਬਾਣੀ ਗੁਰੂ ਸ਼ਬਦ ਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸਭਾਇਮਾਨ ਪਰਮ ਸਨਮਾਨਯੋਗ ਸਤਿਗੁਰਾਂ ਦੀ ਬਹੁਤ ਹੀ ਪਿਆਰ ਵਾਲੀ ਸ਼ਰਧਾ ਵਾਲੀ ਸਾਧ ਸੰਗਤ ਜੀਓ।
ਅਕਾਲ ਪੁਰਖ ਜੀ ਦਾ ਕੋਟਾਨ ਕੋਟ ਸ਼ੁਕਰ ਹੈ, ਜਿਸ ਨੇ ਅਸਾਂ ਤੇ ਤਰਸ ਕੀਤਾ, ਦਇਆ ਕੀਤੀ। ਮਨੁੱਖਾ ਜ਼ਿੰਦਗੀ ਦਾ ਇੱਕ ਦਿਨ ਹੋਰ ਬਖਸ਼ਿਸ਼ ਕੀਤਾ। ਦੂਸਰੀ ਦਾਤਾ ਜੀ ਨੇ ਮਿਹਰਾਮਤ ਇਹ ਕੀਤੀ ਹੈ, ਅਸਾਂ ਨੂੰ ਉਦਮ ਬਖਸ਼ਿਆ ਹੈ, ਪ੍ਰੇਰਨਾ ਬਖਸ਼ੀਏ, ਜਿਸ ਦੇ ਸਦਕਾ ਸੰਧਿਆ ਵੇਲੇ ਦੇ ਦੀਵਾਨਾਂ ਦੇ ਅੰਦਰ ਸਤਿਗੁਰ ਜੀ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰਨ ਦਾ, ਗੁਰੂ ਚਰਨਾਂ ਵਿੱਚ ਜੁੜ ਬੈਠਣ ਦਾ ਇਹ ਸੁਭਾਗ ਪ੍ਰਾਪਤ ਹੋਇਆ। ਬੜੇ ਪਿਆਰ ਦੇ ਨਾਲ ਆਪ ਜੀ ਨੇ ਇਲਾਹੀ ਬਾਣੀ ਦੇ ਮਨੋਹਰ ਕੀਰਤਨ ਸਰਵਣ ਕਰਕੇ ਆਨੰਦ ਮਾਣਿਆ। ਤਤ ਵਿਚਾਰ ਯਹ ਮਥੁਰਾ ਜਗਤਾਰਨ ਕੋ ਅਵਤਾਰ ਬਨਾਇਓ, ਜਪਿਓ ਜਿਨ ਅਰਜੁਨ ਦੇਵ ਗੁਰੂ, ਫਿਰ ਸੰਕਟ ਜੋਨ ਗਰਭ ਨ ਆਇਓ। ਪੰਜਵੇਂ ਨਾਨਕ। ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜੁਨ ਦੇਵ ਮਹਾਰਾਜ ਜੀ ਦੇ ਪਾਵਨ ਪਵਿੱਤਰ ਇਤਿਹਾਸ ਦੀ ਚੱਲ ਰਹੀ ਵਿਚਾਰ ਦੇ ਅਨੁਸਾਰ ਕੱਲ ਦੇ ਦੀਵਾਨ ਅੰਦਰ ਆਪ ਜੀ ਨੇ ਸਰਵਣ ਕੀਤਾ। ਪ੍ਰਿਥਵੀ ਚੰਦ ਸੁਲਹੀ ਖਾਂ ਨੂੰ ਸੁਨੇਹੇ ਭੇਜਦਾ ਏ ਕਿ ਮੇਰੇ ਨਾਲ ਵਧੀਕੀ ਹੋਈ ਹੈ, ਮੈਨੂੰ ਇਨਸਾਫ ਨਹੀਂ ਮਿਲਿਆ, ਮੈਂ ਵੱਡਾ ਹਾਂ ਪਰ ਖਾਲੀ ਰਹਿ ਗਿਆ, ਮੇਰੇ ਤੋਂ ਨਿੱਕਾ ਗੁਰਿਆਈ ਲੈ ਗਿਆ, ਸਭ ਕੁਝ ਲੈ ਗਿਆ। ਤੁਹਾਡੇ ਵਰਗੇ ਮਿੱਤਰਾਂ ਦੀ ਸਹਾਇਤਾ ਤੋਂ ਬਿਨਾਂ ਮੇਰੇ ਨਾਲ ਇਹ ਧੱਕਾ ਹੋਇਆ। ਇਹਦੀਆਂ ਪੱਤਰਕਾਵਾਂ ਪਹੁੰਚਦੀਆਂ ਨੇ, ਸੁਨੇਹੇ ਮਿਲਦੇ ਨੇ। ਸੁਲਹੀ ਖਾਂ 5000 ਦੀ ਫੌਜ ਲੈ ਕੇ ਸ੍ਰੀ ਅੰਮ੍ਰਿਤਸਰ ਵੱਲ ਨੂੰ ਤੁਰ ਪੈਂਦਾ। ਪਰ ਧੰਨ ਗੁਰੂ ਅਰਜੁਨ ਦੇਵ ਮਹਾਰਾਜ ਉਹ ਤਾਂ ਪਹਿਲਾਂ ਹੀ ਇਹ ਪ੍ਰਿਥਵੀ ਚੰਦ ਦੇ ਨਿਤ ਦੇ ਕਲੇਸ਼ ਤੋਂ, ਝਗੜੇ ਤੋਂ ਮਹਾਰਾਜ ਪਾਸੇ ਰਹਿਣ ਵਾਲੇ ਸਤਿਗੁਰ ਤਾਂ ਗੁਰੂ ਕੀ ਵਡਾਲੀ ਚਲੇ ਗਏ ਸਨ। ਪ੍ਰਿਥਵੀ ਚੰਦ ਨੂੰ ਖਬਰ ਮਿਲਦੀ ਹੈ ਕਿ ਸੁਲਹੀ ਖਾਂ ਆ ਗਿਆ। ਇਹ ਰਸਤੇ ਵਿੱਚ ਉਹਨੂੰ ਜਾ ਕੇ ਮਿਲਦਾ ਹੈ, ਕਹਿੰਦਾ ਵੀ ਹੁਣ ਤੁਹਾਨੂੰ ਅੰਮ੍ਰਿਤਸਰ ਆਉਣ ਦੀ ਜ਼ਰੂਰਤ ਨਹੀਂ ਹੈ, ਕਿਉਂਕਿ ਮੇਰਾ ਵਿਰੋਧੀ ਉਹ ਅੰਮ੍ਰਿਤਸਰ ਵਿੱਚੋਂ ਚਲਿਆ ਗਿਆ ਹੈ। ਗੁਰੂ ਅਰਜਨ ਦੇਵ ਜੀ ਉਹ ਇੱਥੋਂ ਚਲੇ ਗਏ ਨੇ, ਹੁਣ ਇਸ ਕਰਕੇ ਤੁਸੀਂ ਆਉਣ ਦੀ ਖੇਚਲ ਨਾ ਕਰੋ। ਆਪਸ ਵਿੱਚ ਗੱਲਾਂ ਬਾਤਾਂ ਕੀਤੀਆਂ ਔਰ ਸੁਲਹੀ ਖਾਂ ਬੜੇ ਹੰਕਾਰ ਨਾਲ ਕਹਿੰਦਾ ਕਿ ਤੂੰ ਪ੍ਰਵਾਹ ਨਾ ਕਰ, ਮੈਂ ਤੇਰੇ ਨਾਲ ਹਾਂ, ਤੈਨੂੰ ਹੁਣ ਮੈਂ ਗੁਰੂ ਬਣਾ ਕੇ ਜਾਵਾਂਗਾ, ਤੇਰਾ ਪ੍ਰਭਾਵ ਪਾ ਕੇ ਜਾਵਾਂਗਾ। ਪ੍ਰਿਥਵੀ ਚੰਦ ਕਹਿੰਦਾ ਇਹਦੀ ਲੋੜ ਨਹੀਂ, ਆਉਣ ਤੁਸੀਂ ਚਲੇ ਜਾਓ। ਖੈਰ ਦੋਨਾਂ ਨੇ ਆਪਸ ਵਿੱਚ ਗੱਲਾਂ ਬਾਤਾਂ ਕੀਤੀਆਂ, ਵਿਚਾਰਾਂ ਹੋਈਆਂ, ਮਿਲੇ ਨੇ। ਸੁਲਹੀ ਖਾਂ ਜਿਹੜਾ ਉਹ ਤੁਰ ਪੈਂਦਾ ਵਾਪਸ। ਪ੍ਰਿਥਵੀ ਚੰਦ ਜਦੋਂ ਇਹਨੂੰ ਮਿਲਦਾ ਏ ਤੇ ਤੁਰਨ ਲੱਗਾ ਸੁਲਹੀ ਖਾਂ ਫਿਰ ਇਹ ਗੱਲ ਕਹਿੰਦਾ ਕਿ ਕੋਈ ਪਰਵਾਹ ਨਾ ਕਰ, ਮੈਂ ਤੇਰੇ ਨਾਲ ਹਾਂ ਤੇ ਹੁਣ ਕੋਈ ਤੇਰੀ ਵਾਹ ਵਾਲ ਨਹੀਂ ਵੇਖ ਸਕਦਾ। ਤੇ ਅੱਗੋਂ ਪ੍ਰਿਥਵੀ ਚੰਦ ਵੀ ਕਹਿੰਦਾ ਕਿ ਹੁਣ ਤੁਸੀਂ ਆਪਣੇ ਘਰੇ ਜਾਓ, ਜਾ ਕੇ ਸੁੱਖ ਪਾਓ। ਮੈਂ ਇਹੀ ਚਾਹੁੰਦਾ ਵਾਂ ਕਿ ਬਾਦਸ਼ਾਹ ਦੇ ਨਾਲ ਤੁਹਾਡਾ ਮੇਲ ਮਿਲਾਪ ਇਹ ਵੱਧਦਾ ਰਹੇ, ਤੁਸੀਂ ਇੱਥੇ ਸਰਕਾਰੀ ਦਰਬਾਰੇ ਤਰੱਕੀਆਂ ਕਰਦੇ ਰਹੋ। ਗੱਲਾਂ ਬਾਤਾਂ ਕਰਕੇ ਸੁਲਹੀ ਖਾਂ ਫਿਰ ਵਾਪਸ ਚਲਿਆ ਜਾਂਦਾ। ਪ੍ਰਿਥਵੀ ਚੰਦ ਆਣ ਕੇ ਫਿਰ ਕੀ ਚਾਲਾਂ ਚੱਲਦਾ। ਉਧਰ ਗੁਰੂ ਕੀ ਵਡਾਲੀ ਫਿਰ ਕੀ ਰਹਿਮਤਾਂ ਵਰਸਦੀਆਂ ਨੇ। ਅੱਗੇ ਦੀ ਵਾਰਤਾ ਨੂੰ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਬੜੇ ਪਿਆਰ ਨਾਲ ਇਸ ਤਰ੍ਹਾਂ ਲਿਖਦੇ ਹਨ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੁਲਹੀ ਸੁਧ ਮਹਾ ਦੁਰਬੁੱਧੀ ਦੂਰ ਕਰ। ਸੁਲਹੀ ਨੇ ਪ੍ਰਿਥਵੀ ਦੀਆਂ ਗੱਲਾਂ ਸੁਣੀਆਂ ਤੇ ਸੁਣ ਕੇ ਬਹੁਤ ਹੀ ਮਾੜੀ ਮੱਤ ਵਾਲਾ, ਭੈੜੀ ਸੋਚ ਵਾਲਾ, ਆਨੰਦ ਬਿਲਾਂ ਤੇ ਬਦਨ ਮੁਸਕਾਏ ਕਰ ਝੂਠਾ ਜਿਹਾ ਹੱਸ ਕੇ ਮੁਸਕਰਾ ਕੇ
ਤੇ ਅੱਗੋਂ ਕਹਿੰਦਾ ਹੈ ਜੀ, ਆਨੰਦ ਬਿਲੰਦ ਤੇ ਬਦਨ ਮੁਸਕਾਏ ਕਰ। ਐਵੇਂ ਝੂਠਾ ਜਿਹਾ ਹੱਸ ਕੇ ਖੁਸ਼ ਹੋ ਕੇ ਤੇ ਕਹਿੰਦਾ ਹੈ ਜੀ, ਗਇਓ ਭਾਜ ਜਾਣ ਦੇਹੋ ਕਾਹੇ ਤਿਸ ਨਾਮ ਲਿਓ। ਰਾਖੋ ਨਿਜ ਗੇਹ ਸਭ ਨਗਰੀ ਬਸਾਏ ਕਰ। ਕਹਿਣ ਲੱਗਿਆ ਪ੍ਰਿਥਵੀ ਚੰਦ ਵੀ ਗੁਰ ਅਰਜੁਨ ਦੇ ਮਹਾਰਾਜ ਚਲੇ ਗਏ ਨੇ, ਚਲ ਜਾਣ ਦੇ, ਹੁਣ ਤੂੰ ਉਹਨਾਂ ਦਾ ਕੀ ਨਾਮ ਲੈਣਾ ਹੈ, ਲੋੜ ਹੀ ਨਹੀਂ। ਐ ਕਰ ਹੁਣ ਜਿਹੜੇ ਬਾਕੀ ਲੋਕ ਨੇ ਉਹਨਾਂ ਨੂੰ ਆਪਣੇ ਅਧੀਨ ਕਰਕੇ, ਆਪਣਾ ਪ੍ਰਭਾਵ ਪਾ ਕੇ ਇੱਥੇ ਉਹਨਾਂ ਨੂੰ ਭਾਵ ਕਿ ਆਪਣੇ ਸੇਵਕ ਬਣਾ ਕੇ ਇੱਥੇ ਹੁਣ ਤੁਸੀਂ ਰੱਖੋ, ਆਪ ਰਹੋ ਤੇ ਨਗਰੀ ਜਿਹੜੀ ਹੈ ਇਹ ਦੁਬਾਰਾ ਤੁਸੀਂ ਵਸਾਓ ਆਪਣੇ ਤਰੀਕੇ ਦੇ ਨਾਲ। ਗੁਰੂ ਅਰਜੁਨ ਚਲੇ ਗਏ, ਜਾਣ ਦਿਓ, ਉਹਨਾਂ ਦਾ ਹੁਣ ਨਾਂ ਨਾ ਲਓ, ਲੇਕਿਨ ਜਿਹੜੇ ਬਾਕੀ ਲੋਕ ਨੇ ਉਹਨਾਂ ਤੇ ਪ੍ਰਭਾਵ ਪਾਓ, ਆਪਣੇ ਅਧੀਨ ਬਣਾ ਕੇ ਰੱਖੋ ਜੀ। ਫੇਰ ਬਸ ਆਏ ਕਰ ਬੈਰ ਕੋ ਲਗਾਏ ਕਰ। ਆਪ ਪੁਜਵਾਏ ਕਰ ਧਨ ਸਮੁਦਾਏ ਕਰ। ਤੇ ਜੇ ਹੁਣ ਦੁਬਾਰਾ ਗੁਰ ਅਰਜੁਨ ਦੇ ਮਹਾਰਾਜ ਜੀ ਇੱਥੇ ਆਉਣਗੇ, ਜੇ ਦੁਬਾਰਾ ਇੱਥੇ ਆਣ ਕੇ ਵਸਣਾ ਚਾਹਣਗੇ, ਵਸੇਬਾ ਕਰਨਗੇ, ਤੇਰੇ ਨਾਲ ਵੈਰ ਰੱਖਣਗੇ, ਆਪਣੀ ਪੂਜਾ ਕਰਵਾਉਣਗੇ ਸੰਗਤਾਂ ਦੇ ਕੋਲੋਂ, ਜੇ ਦੁਬਾਰਾ ਇੱਥੇ ਆਣ ਕੇ ਇਸੇ ਤਰ੍ਹਾਂ ਚੜਾਵਾ, ਇਹ ਧਨ, ਇਹ ਬਸਤਰ, ਇਹ ਵਸਤੂਆਂ ਇਕੱਠੀਆਂ ਜੇ ਕਰਨਗੇ ਜੀ। ਦੀਜੇ ਮੋ ਸੁਨਾਏ ਕਰ ਆਉ ਪੰਥ ਧਾਏ ਕਰ। ਤਬ ਹੀ ਗਹਾਏ ਕਰ ਦੇਵ ਮਰਵਾਏ ਕਰ। ਜੇਕਰ ਉਹ ਦੁਬਾਰਾ ਆਉਣਗੇ, ਇੱਥੇ ਰਹਿਣਗੇ, ਤੇ ਪ੍ਰਿਥਵੀ ਚੰਦ ਤੂੰ ਮੈਨੂੰ ਸੁਨੇਹਾ ਭੇਜ ਦਈ, ਮੈਨੂੰ ਇੱਕ ਵਾਰੀ ਤੂੰ ਖਬਰ ਪਹੁੰਚਾ ਦਈ, ਮੈਂ ਉਸੇ ਵੇਲੇ ਪੈਂਡਾ ਤੈਅ ਕਰਦਾ ਹੋਇਆ, ਮੰਜ਼ਿਲਾਂ ਮਾਰਦਾ ਹੋਇਆ ਬੜੀ ਜਲਦੀ ਪਹੁੰਚ ਜਾਵਾਂਗਾ, ਧੰਨ ਗੁਰ ਅਰਜੁਨ ਦੇਵ ਮਹਾਰਾਜ ਜੀ ਨੂੰ ਗ੍ਰਿਫਤਾਰ ਕਰ ਲਵਾਂਗਾ, ਉਹਨਾਂ ਦੀਆਂ ਮੁਸ਼ਕਾਂ ਬੱਲ ਲਵਾਂਗਾ। ਜੇ ਮੇਰਾ ਵਾਹ ਚਲਿਆ ਮੈਂ ਉਹਨਾਂ ਨੂੰ ਜਾਨੋਂ ਹੀ ਖਤਮ ਕਰ ਦੇਵਾਂਗਾ ਜੀ। ਐਸੋ ਕਹਿ ਧੀਰ ਦੀਨ ਮਿਲੇ ਦੋ ਵੀਰ ਸਮ। ਪ੍ਰਿਥਿਆ ਪ੍ਰਸੰਨ ਪਇਓ ਨਿਜ ਧਾਮ ਆਇਓ। ਇਸ ਤਰ੍ਹਾਂ ਸੁਲਹੀ ਖਾਂ ਨੇ ਪ੍ਰਿਥਵੀ ਚੰਦ ਨੂੰ ਹੌਸਲਾ ਦਿੱਤਾ, ਧੀਰਜ ਦਿੱਤਾ। ਇਹ ਫਿਰ ਦੋਨੋਂ ਬੜੇ ਪਿਆਰ ਨਾਲ ਭਰਾਵਾਂ ਦੀ ਤਰ੍ਹਾਂ ਆਪਸ ਵਿੱਚ ਮਿਲੇ ਨੇ। ਪ੍ਰਿਥਵੀ ਚੰਦ ਬੜਾ ਖੁਸ਼ ਹੁੰਦਾ ਹੈ, ਆਪਣੇ ਘਰ ਨੂੰ ਆ ਜਾਂਦਾ ਹੈ ਜੀ। ਸੁਲਹੀ ਬਿਤਾਏ ਨਿਸ ਔਰ ਕਾਮ ਹੇਤ ਗਇਓ। ਭੁਤੋ ਪਾਤਸ਼ਾਹ ਕੋ ਸੋਨੀ ਕੋ ਸੁਧਾਰਿਓ। ਸੁਲਹੀ ਖਾਂ ਇਹਨੇ ਜਿੱਥੇ ਪੜਾ ਕੀਤਾ ਸੀ, ਇੱਕ ਰਾਤ ਇੱਥੇ ਹੋ ਟਿਕਦਾ ਹੈ, ਇੱਕ ਰਾਤ ਇਹ ਰੁਕਦਾ ਹੈ। ਰਾਤ ਇੱਕ ਰੋਕੇ ਤੇ ਫਿਰ ਹੋਰ ਇਹ ਕੰਮ ਦੇ ਲਈ ਚਲਿਆ ਜਾਂਦਾ ਹੈ। ਬਾਦਸ਼ਾਹ ਨੇ ਕੋਈ ਇਹਨੂੰ ਕਾਰਜ ਕਿਹਾ, ਪਰ ਉਹ ਜਿਹੜਾ ਕਾਰਜ ਬਾਦਸ਼ਾਹ ਦਾ ਕਹਿਆ ਹੋਇਆ ਉਹ ਸੁਧਾਰਨ ਦੇ ਲਈ, ਉਹ ਰਾਸ ਕਰਨ ਵਾਸਤੇ ਇਹ ਤੁਰ ਪੈਂਦਾ ਹੈ ਜੀ। ਫੇਰ ਦਿੱਲੀਪੁਰ ਕੋ ਪਿਆਨੋ ਕੀਨ ਮੰਦ ਮਤ। ਬਾਹਨੀ ਸਮੀਪ ਤੇ ਅਦਕ ਗਰਬਾਇਓ। ਮੰਦੀ ਮਤ ਵਾਲਾ ਇਹ ਫਿਰ ਦਿੱਲੀ ਨੂੰ ਤੁਰ ਪੈਂਦਾ ਹੈ, ਦਿੱਲੀ ਦੇ ਰਾਹ ਚੱਲ ਪੈਂਦਾ ਹੈ। ਦਿੱਲੀ ਵਾਲੇ ਪੈਂਡੇ ਪੈ ਜਾਂਦਾ ਹੈ। ਬਾਹਨੀ ਸਮੀਪ, ਬਾਹਨੀ ਤੁਮਾਰਾ ਦੇ ਕੇ ਫੌਜ, ਫੌਜ ਇਹਦੇ ਨਾਲ ਹੈ, ਸੈਨਾ ਇਹਦੇ ਨਾਲ ਹੈ। ਅਦਕ ਗਰਭਾਇਓ ਹੈ ਤੇ ਬਸ ਇਹਨੂੰ ਬੜਾ ਹੰਕਾਰ ਹੈ ਕਿ ਮੇਰੇ ਨਾਲ ਲਵ ਲਸ਼ਕਰ ਹੈ, ਇੰਨੀ ਮੇਰੀ ਸੈਨਾ ਹੈ। ਮਨ ਵਿੱਚ ਇਹਦੇ ਬੜਾ ਹੰਕਾਰ ਹੈ, ਹੰਕਾਰ ਨਾਲ ਭਰਿਆ ਹੋਇਆ ਦਿੱਲੀ ਵੱਲ ਨੂੰ ਤੁਰਿਆ ਜਾਂਦਾ ਹੈ ਜੀ। ਚਾਹੂ ਚਿਤ ਕਰੋ ਸੋਏ ਆਗੇ ਨਹੀਂ ਅਰੈ ਕੋਏ। ਮਾਨੇ ਤੁਰਕੇਸ਼ ਬੈਨ ਮੈਂ ਜਥਾ ਅਲਾਇਓ। ਇਹਨੂੰ ਹੰਕਾਰ ਹੋ ਗਿਆ, ਇਹਨੂੰ ਅੰਦਰ ਮਾਣ ਹੋ ਗਿਆ। ਇਹ ਕਹਿੰਦਾ ਚਾਹੂ ਚਿਤ ਕਰੋ ਸੋਏ ਮੈਂ ਜੋ ਚਾਹਾਂ ਕਰ ਸਕਦਾ, ਮੇਰੇ ਕੋਲ ਇੰਨੀ ਤਾਕਤ ਹੈ, ਮੇਰੇ ਕੋਲ ਇਹਨਾਂ ਰਾਸੀ ਬਲ ਹੈ, ਮੈਂ ਜੋ ਚਾਹਾਂ ਕਰ ਸਕਦਾ ਵਾਂ। ਆਗੇ ਨਹੀਂ ਅਰੈ ਕੋਏ, ਮੇਰੇ ਸਾਹਮਣੇ ਕੋਈ ਅੜ ਨਹੀਂ ਸਕਦਾ, ਕੋਈ ਖੜ ਨਹੀਂ ਸਕਦਾ। ਇਹਨਾਂ ਹੰਕਾਰ, ਪਰ ਇਹ ਨਹੀਂ ਪਤਾ ਵਾਹਿਗੁਰੂ ਪਰਮੇਸ਼ਵਰ ਤੇਨਾ ਬੇਅੰਤ ਹੈ,
ਕਿ ਕੀੜਾ ਥਾਪ ਦੇ ਪਾਤਸ਼ਾਹੀ ਲਸ਼ਕਰ ਕਰੈ ਸੁਭਾ। ਉਹ ਚਾਹੇ ਤੇ ਜਿਹੜੇ ਲਸ਼ਕਰਾਂ ਦੇ ਮਾਲਕ ਨੇ ਖਿੰਨ ਵਿੱਚ ਉਹਨਾਂ ਨੂੰ ਰਾਹ ਕਰ ਸਕਦਾ ਹੈ, ਤਬਾਹ ਕਰ ਸਕਦਾ ਹੈ। ਅੰਦਰ ਹੰਕਾਰ ਹੈ, ਹੰਕਾਰ ਹੋਣ ਕਰਕੇ ਅੰਦਰੋਂ ਖੁਦਾ ਦਾ ਭੈ ਨਿਕਲ ਚੁੱਕਿਆ, ਰੱਬ ਦਾ ਡਰ ਹੈ ਹੀ ਨਹੀਂ, ਹੰਕਾਰ ਹੈ ਨਾ। ਇਹ ਕਹਿੰਦਾ ਮੈਂ ਜੋ ਮੇਰੇ ਚਿੱਤ ਵਿੱਚ ਆਏ ਮੈਂ ਕਰ ਸਕਦਾ ਹਾਂ, ਮੇਰੇ ਸਾਹਮਣੇ ਕੋਈ ਅੜ ਨਹੀਂ ਸਕਦਾ। ਮਾਨੇ ਤੁਰਕੇਸ਼ ਬੈਨ, ਕਿਉਂਕਿ ਇਹ ਜੋ ਤੁਰਕਾਂ ਦਾ ਬਾਦਸ਼ਾਹ ਹੈ ਜਹਾਂਗੀਰ, ਇਹ ਮੇਰੀ ਹਰ ਗੱਲ ਮੰਨਦਾ ਹੈ, ਜੋ ਮੈਂ ਕਹਿੰਦਾ ਇਹ ਉਵੇਂ ਕਰਦਾ ਹੈ, ਇਹ ਮੇਰੇ ਤੇ ਬੜਾ ਖੁਸ਼ ਹੈ। ਤੇ ਜੇ ਬਾਦਸ਼ਾਹ ਮੇਰੀ ਗੱਲ ਮੰਨਦਾ ਫਿਰ ਮੈਨੂੰ ਕੀ ਪਰਵਾਹ, ਮੈਂ ਜੋ ਮਰਜ਼ੀ ਕਰ ਸਕਦਾ, ਜੋ ਮੈਂ ਕਹਿੰਦਾ ਵਾ ਬਾਦਸ਼ਾਹ ਉਵੇਂ ਹੀ ਮੰਨ ਜਾਂਦਾ ਹੈ ਜੀ। ਰਾਮਦਾਸਪੁਰੀ में प्रत्या रहो ताम कर, थोड़ी कुछ भेट आवे पाप्यो रहे रात दिन। ਹੁਣ ਪ੍ਰਿਥਵੀ ਚੰਦ ਇਹ ਸ੍ਰੀ ਅੰਮ੍ਰਿਤਸਰ ਸਾਹਿਬ ਆਪਣੇ ਘਰ ਆ ਜਾਂਦਾ ਹੈ, ਇੱਥੇ ਆਣ ਕੇ ਰਹਿਣ ਲੱਗ ਪੈਂਦਾ ਹੈ। ਬਥੇਰਾ ਸੰਗਤਾਂ ਨੂੰ ਪ੍ਰੇਰਦਾ ਕਿ ਮੇਰੇ ਕੋਲ ਆਓ। ਗੁਰੂ ਅਰਜਨ ਦੇਵ ਜੀ ਤੇ ਚਲੇ ਗਏ ਨੇ, ਹੁਣ ਗੁਰੂ ਮੈਂ ਹੀ ਹਾਂ। ਬੜੀਆਂ ਇਦਾਂ ਦੀਆਂ ਗੱਲਾਂ ਕਰਦਾ, ਪਰ ਹੋਇਆ ਕੀ, ਥੋੜੀ ਕੁਛ ਭੇਟ ਆਵੇ। ਇਹਨੂੰ ਹੁਣ ਭੇਟਾ ਹੀ ਬੜੀ ਥੋੜੀ ਜੀ ਆਉਂਦੀ ਹੈ। ਇਹਨੇ ਸੋਚਿਆ ਸੀ ਕਿ ਜਿਵੇਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਸਨਮੁਖ ਭੇਟਾਵਾਂ ਦੇ ਅੰਬਾਰ ਢੇਰ ਲੱਗ ਜਾਂਦੇ ਸਨ, ਉਸੇ ਤਰ੍ਹਾਂ ਹੋਵੇਗਾ, ਪਰ ਉਹ ਗੱਲ ਬਣੀ ਕੋਈ ਨਾ ਜੀ। ਤਪਿਓ ਰਹੇ ਰਾਤ ਦਿਨ, ਤੇ ਦਿਨ ਰਾਤ ਇਹਦਾ ਅੰਦਰ ਤਪਦਾ ਰਹਿੰਦਾ ਜੀ, ਈਰਖਾ ਦੀ ਅੱਗ ਵਿੱਚ, ਕ੍ਰੋਧ ਦੀ ਅੱਗ ਵਿੱਚ। ਫਿਰ ਇਹ ਵੀ ਸੋਚਦਾ ਕਿ ਗੁਰੂ ਅਰਜਨ ਦੇਵ ਜੀ ਇੱਥੇ ਜਦੋਂ ਉਹਨਾਂ ਦਾ ਨਿਵਾਸ ਸੀ, ਇੰਨੀਆਂ ਸੰਗਤਾਂ ਆਉਂਦੀਆਂ, ਇੰਨੀਆਂ ਭਟਾਵਾਂ ਚੜ੍ਹਦੀਆਂ ਸੀ, ਹੁਣ ਆਉਂਦਾ ਹੀ ਕੋਈ ਨਹੀਂ ਹੈ, ਹੁਣ ਭੇਟਾ ਵੀ ਨਹੀਂ ਆਉਂਦੀ, ਸਾਰੇ ਹਟ ਗਏ ਨੇ। ਇਹੀ ਸੋਚਾਂ ਸੋਚਦਾ ਰਹਿੰਦਾ ਦਿਨ ਰਾਤ, ਅੰਦਰ ਇਹਦਾ ਜਿਹੜਾ ਭਖਿਆ ਰਹਿੰਦਾ, ਤਪਦਾ ਰਹਿੰਦਾ ਹੈ ਜੀ। ਲਾਲ ਸਾਦਰਬ ਕੀ ਸਰਬ ਮੋਹੇ ਪੂਜੈ ਆਏ, ਬਾਡੇ ਬੜਿਆਈ ਪਿਤਾ ਸਮਤਾ ਕੇ ਚਾਹੇ ਮਨ। ਇਹਨੂੰ ਤੇ ਲਾਲਸਾ ਸੀ ਕਿ ਜਦੋਂ ਮੈਂ ਗੁਰੂ ਬਣ ਕੇ ਬੈਠਾਂਗਾ ਤੇ ਧਨ ਬਹੁਤ ਆਏਗਾ, ਸਾਰੀਆਂ ਸੰਗਤਾਂ ਆਣ ਕੇ ਮੇਰੀ ਪੂਜਾ ਕਰਨਗੀਆਂ, ਮੱਥੇ ਟੇਕਣਗੀਆਂ, ਮੇਰੀ ਬਹੁਤ ਵਡਿਆਈ ਹੋਵੇਗੀ। ਜਿਵੇਂ ਗੁਰੂ ਪਿਤਾ ਜੀ ਦੀ ਵਡਿਆਈ ਸੀ, ਜਿਵੇਂ ਗੁਰੂ ਪਿਤਾ ਜੀ ਨੂੰ ਨਮਸਕਾਰਾਂ ਹੁੰਦੀਆਂ ਰਹੀਆਂ ਨੇ, ਜਿਵੇਂ ਸੰਗਤਾਂ ਉਹਨਾਂ ਦੀ ਸੇਵਾ ਕਰਦੀਆਂ ਰਹੀਆਂ, ਇਸੇ ਤਰ੍ਹਾਂ ਹੁਣ ਮੈਂ ਬੈਠਾ ਤੇ ਸੰਗਤਾਂ ਉਵੇਂ ਆਉਣਗੀਆਂ। ਪਰ ਉਹ ਗੱਲ ਬਣੀ ਕੋਈ ਨਹੀਂ। ਗੁਰੂ ਅਰਜਨ ਦੇਵ ਜੀ ਚਲੇ ਵੀ ਗਏ ਨੇ, ਪ੍ਰਿਥਵੀ ਚੰਦ ਬੈਠਾ ਹੈ, ਪਰ ਇਹਦੀ ਆਸ ਪੂਰੀ ਨਹੀਂ ਹੋਈ। ਇਹਦੀ ਉਹ ਹਾਲਤ ਹੋਈ ਹੈ ਕਿ ਮਨ ਕੀ ਮਨ ਹੀ ਮਾਹੇ ਰਹੀ, ਇਹਦੀਆਂ ਮਨ ਦੀਆਂ ਮਨ ਵਿੱਚ ਹੀ ਰਹਿ ਗਈਆਂ, ਉਹ ਗੱਲ ਬਣੀ ਨਹੀਂ ਹੈ ਜੀ। ਸੰਗਤਾਂ ਅਨੁਜ ਪਾਸ ਜਾਤ ਕੋ ਬਲੋਕੈ ਸੁਨੈ, ਤਿਉ ਤਿਉ ਬੜੇ ਕ੍ਰੋਧ ਯੁਤ ਈਰਖਾ ਕੋ ਬੋਧ ਬਿਨ। ਕਹਿੰਦੇ ਨੇ ਹੁਣ ਜਿਹੜੀਆਂ ਸੰਗਤਾਂ ਨੇ ਉਹ ਸਾਰੀਆਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਉਹਨਾਂ ਦੇ ਕੋਲ ਹੀ ਜਾਣ ਲੱਗ ਪਈਆਂ। ਜਿਨ੍ਹਾਂ ਨੂੰ ਪਤਾ ਹੈ ਕਿ ਸਤਿਗੁਰੂ ਜੀ ਗੁਰੂ ਕੀ ਵਡਾਲੀ ਚਲੇ ਗਏ ਨੇ, ਉਹ ਤਾਂ ਉੱਥੇ ਚਲੇ ਜਾਂਦੇ ਨੇ ਸਿੱਧਾ ਹੀ। ਤੇ ਜੇ ਕਿਸੇ ਨੂੰ ਨਹੀਂ ਪਤਾ, ਉਹ ਸੋਚਦੇ ਵੀ ਗੁਰੂ ਮਹਾਰਾਜ ਸ੍ਰੀ ਅੰਮ੍ਰਿਤਸਰ ਸਾਹਿਬ ਹੀ ਹੋਣਗੇ। ਤੇ ਜਦੋਂ ਅੰਮ੍ਰਿਤਸਰ ਸਾਹਿਬ ਆਉਂਦੇ ਨੇ, ਇੱਥੇ ਆਣ ਕੇ ਦੇਖਦੇ ਨੇ ਕਿ ਸਤਿਗੁਰੂ ਜੀ ਤਾਂ ਇੱਥੇ ਹੈ ਨਹੀਂ, ਇੱਥੇ ਤੇ ਪ੍ਰਿਥਵੀ ਚੰਦ ਬੈਠਾ ਹੈ। ਉਹ ਪਿਆਰਿਓ ਸ੍ਰੀ ਅੰਮ੍ਰਿਤਸਰ ਤੋਂ ਫਿਰ ਗੁਰੂ ਕੀ ਵਡਾਲੀ ਹੀ ਚਲੇ ਜਾਂਦੇ ਨੇ। ਪ੍ਰਿਥਵੀ ਚੰਦ ਦੇ ਚੇਲੇ, ਇਹਦੇ ਨਾਲ ਦੇ ਜਿਹੜੇ ਗੰਢੇ ਹੋਏ ਲੋਕ ਨੇ, ਲੋਕ ਬਥੇਰਾ ਸੰਗਤਾਂ ਨੂੰ ਰੋਕਦੇ ਨੇ, ਮਨਾ ਕਰਦੇ ਨੇ, ਪਰ ਸੰਗਤਾਂ ਰੁਕਦੀਆਂ ਨਹੀਂ, ਕਿਉਂਕਿ ਜਿੱਥੇ ਗੁਰੂ ਹੈ ਸੰਗਤਾਂ ਨੇ ਉੱਥੇ ਹੀ ਜਾਣਾ ਹੈ ਨਾ ਜੀ। ਇਹ ਹੁਣ ਦਿਨ ਰਾਤ ਬੜਾ ਕ੍ਰੋਧ ਵਿੱਚ ਰਹਿੰਦਾ, ਈਰਖਾ ਦੀ ਅੱਗ ਵਿੱਚ ਸੜਦਾ ਰਹਿੰਦਾ। ਜਦੋਂ ਪਿਆਰਿਓ ਇਹਦੇ ਵੀ ਸਾਥੀ ਆਣ ਕੇ ਦੱਸਦੇ ਨੇ ਕਿ ਪ੍ਰਿਥਵੀ ਚੰਦ ਸੰਗਤਾਂ ਤੇ ਸਾਰੀਆਂ ਫਿਰ ਉੱਥੇ ਜਾਣ ਲੱਗ ਪਈਆਂ ਨੇ ਗੁਰੂ ਕੀ ਵਡਾਲੀ। ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਕੋਲ ਆਪਣੇ ਇੱਧਰ ਤੇ ਕੋਈ ਆ ਹੀ ਨਹੀਂ ਰਿਹਾ। ਅਸੀਂ ਬਥੇਰਾ ਸਮਝਾਉਂਦੇ ਆ, ਅਸੀਂ ਬੜਾ ਜ਼ੋਰ ਵੀ ਲਗਾਉਂਦੇ ਆ, ਪਰ ਗੱਲ ਬਣਦੀ ਕੋਈ ਨਹੀਂ। ਜਦੋਂ ਪ੍ਰਿਥਵੀ ਚੰਦ ਇਹ ਦੇਖਦਾ ਹੈ, ਸੁਣਦਾ ਹੈ, ਤਿਉਂ ਤਿਉਂ ਬੜਾ ਕ੍ਰੋਧ ਇਹਦੇ ਅੰਦਰ ਹੋਰ ਕ੍ਰੋਧ ਵੱਧਦਾ ਹੈ,
ਹੋਰ ਈਰਖਾ ਦੇ ਭਾਂਬੜ ਮਚਦੇ ਹਨ ਜੀ। ਜੈਸੇ ਪਟ ਬੀਜ ਨੂੰ ਚਾਹਤ ਰਵ ਬੀਜ ਨੂੰ ਨਾ ਜਾਣੇ ਤੇਜ ਸੀਜ ਨੂੰ ਵਿਸਾਲਤਾ ਜਨਾਏ ਜਨ। ਹੁਣ ਉਹ ਜਿਹੜਾ ਹੈ ਆਪਣੇ ਜਾਣਦਾ ਨਹੀਂ ਆਪਣੇ ਆਪ ਨੂੰ ਕਿ ਮੇਰੇ ਪੱਲੇ ਤੇ ਹੈ ਕੱਖ ਨਹੀਂ, ਮੇਰੀ ਕੋਈ ਕਮਾਈ ਨਹੀਂ, ਮੇਰੇ ਤੇ ਗੁਰੂ ਦੀ ਕਿਰਪਾ ਨਹੀਂ, ਗੁਰੂ ਦੀ ਜੋਤ ਗੁਰੂ ਅਰਜੁਨ ਦੇਵ ਉਹਨਾਂ ਦੇ ਹਿਰਦੇ ਵਿੱਚ ਹੈ। ਹੁਣ ਆਪਣੀ ਕਮੀ ਨੂੰ ਤਾਂ ਜਾਣਦੇ ਨਹੀਂ ਹੈ, ਪਰ ਇਹਦੀ ਹਾਲਤ ਇਹ ਹੈ ਕਿ ਜਿਵੇਂ ਹੋਵੇ ਇਹ ਜੁਗਨੂੰ ਤੇ ਮੁਕਾਬਲਾ ਕਰਦਾ ਪਿਆ ਸੂਰਜ ਦਾ। ਏਦਾਂ ਹੋ ਸਕਦਾ ਜੀ? ਹੁਣ ਜਿਹੜਾ ਟਟਹਿਣਾ ਹੈ, ਜਿਹੜਾ ਜੁਗਨੂੰ ਆ ਗਰਮੀਆਂ ਦੀ ਰੁੱਤ ਪੰਜਾਬ ਆਪਾਂ ਦੇਖਦੇ ਆ ਕਿ ਰਾਤ ਨੂੰ ਜੁਗਨੂੰ ਟਟਹਿਣੇ ਉਹ ਨਿਕਲਦੇ ਨੇ, ਮਾੜੀ ਮਾੜੀ ਲੋ ਉਹਨਾਂ ਦੀ ਹੁੰਦੀ ਹੈ। ਹੁਣ ਜਿਹੜਾ ਜੁਗਨੂੰ ਉਹਨੂੰ ਭਰਮ ਹੋ ਜਾ ਕਿ ਮੈਂ ਸੂਰਜ ਦਾ ਮੁਕਾਬਲਾ ਕਰ ਲਵਾਂ, ਕਰ ਸਕਦਾ ਜੀ? ਨਹੀਂ। ਪ੍ਰਿਥਵੀ ਚੰਦ ਤੂੰ ਇੱਕ ਜੁਗਨੂੰ ਟਟਹਿਣੀ ਦੀ ਤਰ੍ਹਾਂ ਹੈ। ਧੰਨ ਗੁਰ ਅਰਜੁਨ ਦੇਵ ਮਹਾਰਾਜ ਉਹ ਸੂਰਜਾਂ ਦੇ ਸੂਰਜ ਨੇ, ਤੇਰਾ ਕੀ ਉਹਨਾਂ ਸਾਹਮਣੇ ਮੁਕਾਬਲਾ। ਭਾਈ ਸਾਹਿਬ ਭਾਈ ਗੁਰਦਾਸ ਜੀ ਫਿਰ ਉਹਨਾਂ ਨੇ ਜਦੋਂ ਪ੍ਰਿਥਵੀ ਚੰਦ ਦੀਆਂ ਇਹ ਹਰਕਤਾਂ ਦੇਖੀਆਂ ਨਾ ਜੀ, ਇਹਨੇ ਬੜਾ ਜ਼ੋਰ ਲਗਾਇਆ, ਬੜਾ ਪੇਖ ਵੀ ਬਣਾਇਆ, ਅਡੰਬਰ ਬੜਾ ਰਚਿਆ ਕਿ ਮੈਂ ਗੁਰੂ ਮੇਰੇ ਕੋਲ ਆਓ। ਪਰ ਸੰਗਤਾਂ ਉਹ ਨਹੀਂ ਆਈਆਂ। ਉਹਨਾਂ ਨੇ ਫਿਰ ਉੱਤੇ ਨਾ ਇੱਕ ਬੜੀ ਪਿਆਰੀ ਉਹਨਾਂ ਦੀ ਪੌੜੀ ਹੈ, ਉਹ ਕਹਿੰਦੇ ਪ੍ਰਿਥਵੀ ਚੰਦ ਆਪਣੇ ਵੱਲ ਝਾਤੀ ਮਾਰ। ਉਹਨਾਂ ਕੁਝ ਉਦਾਹਰਨਾਂ ਦਿੱਤੀਆਂ। ਉਹ ਕਹਿੰਦੇ ਨੇ ਕਿ ਗੁੱਛਾ ਹੋਏ ਤਰਕਾਨੂਆ ਕਿਉਂ ਵੁੜੀਐ ਦਾਖ ਹੈ। ਤਰਕਾਨੂਆ ਜੋ ਤਰੇਕ ਨੂੰ ਤਰਕੋਨੇ ਲੱਗਦੇ ਨੇ। ਹੁਣ ਪਿਆਰੇ ਉਹ ਵੀ ਗੋਲ ਨੇ, ਉਹ ਵੀ ਹਰੇ ਹਰੇ ਰੰਗ ਦੇ ਨੇ, ਤੇ ਜਿਹੜੇ ਅੰਗੂਰ ਨੇ ਉਹ ਵੀ ਗੋਲ ਨੇ, ਉਹੀ ਆਕਾਰ ਹੈ, ਉਹੀ ਰੰਗ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਪ੍ਰਿਥਵੀ ਚੰਦਾ ਇਹ ਜਿਹੜੇ ਦਰੇਕ ਨੂੰ ਲੱਗੇ ਹੋਏ ਤਰਕੋਨੇ ਨੇ ਇਹ ਕਦੇ ਅੰਗੂਰਾਂ ਦਾ ਮੁਕਾਬਲਾ ਨਹੀਂ ਕਰ ਸਕਦੇ। ਵੇਖਣ ਨੂੰ ਇੱਕੋ ਜਿਹੇ ਲੱਗਦੇ ਨੇ ਤਰਕੋਨੇ, ਉਹਨਾਂ ਅੰਦਰ ਜ਼ਹਿਰ ਹੈ, ਕੌੜੇ ਨੇ, ਅੰਗੂਰ ਮਿੱਠੇ ਨੇ। ਅਗਰ ਕੋਈ ਤਰਕੋਨੇ ਨੂੰ ਮੂੰਹ ਚ ਪਾਏਗਾ ਥੂ ਥੂ ਕਰੇਗਾ, ਪਰ ਅੰਗੂਰ ਮਿਲ ਜਾਣ ਪਿਆਰੇ ਉਹ ਡਾਕਟਰ ਕਹਿੰਦੇ ਨੇ ਅੰਗੂਰ ਖਾ। ਕੋਈ ਮਰੀਜ਼ ਜਿਹਨੂੰ ਵੀਕਨੈਸ ਕਹਿੰਦੇ ਅੰਗੂਰ ਖਾ, ਅੰਗੂਰਾਂ ਦੀ ਖੰਡ ਘੋਲ ਕੇ ਪੀ, ਤੈਨੂੰ ਇਹ એનર્ਜੀ ਮਿਲੇਗੀ। ਗੁੱਛਾ ਹੋਏ ਤਰਕਾਨੂਆ ਕਿਉਂ ਵੁੜੀਐ ਦਾਖ ਹੈ। ਦਰੇਕ ਦੇ ਤਰਕੋਨਿਆਂ ਦਾ ਗੁੱਛਾ ਕਦੇ ਅੰਗੂਰਾਂ ਦੇ ਗੁੱਛਿਆਂ ਦਾ ਮੁਕਾਬਲਾ ਨਹੀਂ ਕਰ ਸਕਦਾ। ਅੰਗੂਰਾਂ ਨੂੰ ਵੀ ਗੁੱਛੇ ਲੱਗਦੇ ਨੇ ਵੇਲ ਨੂੰ, ਤੇ ਦਰੇਕ ਨੂੰ ਵੀ ਉਹ ਤਰਕੋਨਿਆਂ ਦੇ ਗੁੱਛੇ ਲੱਗਦੇ ਨੇ, ਵੇਖੋ ਨਿੱਕੇ ਜਿਹੇ ਨੇ, ਪਰ ਤਰਕੋਨੇ ਅੰਗੂਰਾਂ ਦਾ ਮੁਕਾਬਲਾ ਨਹੀਂ ਕਰ ਸਕਦੇ। ਭਾਈ ਸਾਹਿਬ ਜੀ ਨੇ ਅਗਲੀ ਉਦਾਹਰਨ ਦਿੱਤੀ। ਉਹ ਕਹਿੰਦੇ ਨੇ ਕਿ ਅੱਕੈ ਕੇਰੀ ਖਖੜੀ ਕੋਈ ਅੰਬ ਨਾ ਆਖੈ। ਆਪ ਜੀ ਹੁਣ ਅੱਕ ਦਾ ਬੂਟਾ ਨਾ, ਉਹਨੂੰ ਖਖੜੀਆਂ ਲੱਗਦੀਆਂ ਨੇ, ਖਖੜੀਆਂ। ਉਹ ਜਿਹੜੀਆਂ ਖਖੜੀਆਂ ਨੇ ਉਹਨਾਂ ਦਾ ਆਕਾਰ ਵੀ ਅੰਬ ਵਰਗਾ ਹੁੰਦਾ ਹੈ, ਉਹਨਾਂ ਦਾ ਰੰਗ ਵੀ ਅੰਬ ਵਰਗਾ ਹੈ, ਸ਼ਕਲ ਵੀ ਅੰਬ ਵਰਗੀ ਏ, ਦੇਖਣ ਉਹ ਅੰਬ ਹੀ ਪ੍ਰਤੀਤ ਹੁੰਦੀਆਂ ਨੇ। ਪਰ ਜਿਹੜਾ ਸਮਝਦਾਰ ਹੈ ਉਹ ਕਹਿੰਦੇ ਨੇ ਚਾਹੇ ਇਹਨਾਂ ਦੀ ਸ਼ਕਲ, ਇਹਨਾਂ ਦਾ ਆਕਾਰ, ਇਹਨਾਂ ਦਾ ਰੰਗ, ਇਹਨਾਂ ਦਾ ਰੂਪ ਅੰਬਾਂ ਵਰਗਾ ਹੈ, ਪਰ ਜਿਹੜੀਆਂ ਅੱਕ ਦੀਆਂ ਖਖੜੀਆਂ ਉਹ ਅੰਬਾਂ ਦਾ ਮੁਕਾਬਲਾ ਨਹੀਂ ਕਰ ਸਕਦੀਆਂ। ਮਿੱਠੇ ਮਿੱਠੇ ਰਸਦਾਇਕ ਅੰਬ। ਭਾਈ ਸਾਹਿਬ ਜੀ ਉਦਾਹਰਨ ਦਿੰਦੇ ਨੇ, ਅੱਕੈ ਕੇਰੀ ਖਖੜੀ ਕੋਈ ਅੰਬ ਨਾ ਆਖੈ, ਗਹਿਣੇ ਜਿਉਂ ਜਰ ਪੇਸਦੇ ਨਹੀਂ ਸੋਇਨਾ ਸਾਖੈ। ਜਿਹੜੇ ਨਕਲੀ ਗਹਿਣੇ ਨੇ ਜਰ ਪੇਸ਼ਦੇ, ਜਰ ਪੋਛਦੇ, ਕਹਿੰਦੇ ਇਹ ਅਸਲੀ ਖਰੇ ਸੋਨੇ ਦੇ ਗਹਿਣਿਆਂ ਦਾ ਮੁਕਾਬਲਾ ਨਹੀਂ ਕਰ ਸਕਦੇ। ਚੌਥੀ ਉਦਾਹਰਨ ਭਾਈ ਸਾਹਿਬ ਜੀ ਦਿੰਦੇ ਨੇ। ਉਹ ਕਹਿੰਦੇ ਨੇ ਕਿ ਫਟਕ ਨਾ ਪੁੱਜਣ ਹੀਰਿਆਂ ਉਹ ਭਰੇ ਅਪਾਖ ਹੈ, ਉਹ ਭਰੇ ਵਿਆਖ ਹੈ। ਫਟਕ ਤੋਂ ਮੁਰਾਦ ਹੈ ਕਿ ਬਾਂਟੇ, ਗੋਲੀਆਂ, ਜਿਹਨੂੰ ਕੰਚੇ ਵੀ ਕਹਿੰਦੇ ਨੇ, ਬਲੌਰ ਵੀ ਕਹਿੰਦੇ ਨੇ। ਚਲੋ ਹੁਣ ਤੇ ਉਹ ਖੇਡੀ ਚ ਖਤਮ ਹੋ ਗਈ, ਨਹੀਂ ਤਾਂ ਪਿੰਡਾਂ ਚ ਬੱਚੇ ਬਲੌਰ ਉਹ ਖੇਡਿਆ ਕਰਦੇ ਗੋਲੀਆਂ, ਬਾਂਟੇ। ਹੁਣ ਜਿਹੜੇ ਬਾਂਟੇ ਨੇ ਉਹ ਵੀ ਗੋਲ ਨੇ, ਉਹ ਵੀ ਕੱਚ ਦੇ ਚਮਕਦੇ ਨੇ, ਪਰ ਜਿਹੜੇ ਹੀਰੇ ਨੇ ਉਹ ਵੀ ਉਹਨਾਂ ਵਰਗੇ ਨੇ। ਪਰ ਕੀ ਜਿਹੜੇ ਇਹ ਬਾਂਟੇ ਨੇ, ਇਹ ਜਿਹੜੇ ਫਟਕ ਨੇ, ਹੀਰਿਆਂ ਦਾ ਮੁਕਾਬਲਾ ਕਰ ਸਕਦੇ? ਬਿਲਕੁਲ ਨਹੀਂ। ਚਾਹੇ ਆਕਾਰ ਉਹਨਾਂ ਵਰਗਾ ਹੀ ਹੈ, ਚਾਹੇ ਚਮਕ ਥੋੜੀ ਬਹੁਤੀ ਉਹਨਾਂ ਵਰਗੀ ਹੈ, ਹੀਰਿਆਂ ਵਰਗੀ, ਪਰ ਇੱਕ ਹੀਰਾ ਕਰੋੜਾਂ ਦਾ, ਜਿਹੜਾ ਬਾਂਟਾ ਪਿਆਰ ਬਿਲਕੁਲ ਨਿਕੰਮਾ, ਕਿਸੇ ਮੁੱਲ ਦਾ ਨਹੀਂ। ਉਹ ਭਾਈ ਸਾਹਿਬ ਜੀ ਚੌਥੀ ਉਦਾਹਰਨ ਦਿੰਦੇ ਨੇ, ਕਹਿਣ ਲੱਗੇ ਫਟਕ ਨਾ ਪੁੱਜਣ ਹੀਰਿਆਂ ਉਹ ਭਰੇ ਵਿਆਖ ਹੈ।
ਤੇ ਪੰਜਵੀਂ ਉਦਾਹਰਨ ਦਿੰਦੇ ਨੇ ਕਿ ਚਿੱਟੇ ਦਿਸਣ ਛਾਹ ਦੁੱਧ ਸਾਧੋਂ ਗੁਣ ਗਾਖੈ। ਕਹਿਣ ਲੱਗੇ ਹੈ ਤੇ ਦੁੱਧ ਵੀ ਚਿੱਟਾ ਹੀ ਹੈ ਤੇ ਲੱਸੀ ਵੀ ਚਿੱਟੀ ਹੈ, ਪਰ ਲੱਸੀ ਦੁੱਧ ਦਾ ਮੁਕਾਬਲਾ ਨਹੀਂ ਕਰ ਸਕਦੀ। ਇਹ ਤੇ ਪੀਤਿਆਂ ਪਤਾ ਲੱਗਦਾ ਵੀ ਦੁੱਧ ਕਿਹੜਾ ਤੇ ਲੱਸੀ ਕਿਹੜੀ ਹੈ। ਸਵਾਦਾ ਤੇ ਫਿਰ ਪਤਾ ਲੱਗਦਾ ਨਾ ਜੀ। ਕਮਾਲ ਦੀ ਉਦਾਹਰਨ ਭਾਈ ਸਾਹਿਬ ਨੇ ਦਿੱਤੀਆਂ। ਕਹਿੰਦੇ ਤਰਕੋਨੇ ਤੇ ਅੰਗੂਰ ਵੇਖਣ ਨੂੰ ਇੱਕੋ ਜਿਹੇ ਨੇ, ਪਰ ਖਾਵਾਂਗੇ ਫਿਰ ਤਾਂ ਪਤਾ ਚੱਲੂਗਾ ਕਿ ਤਰਕੋਨੇ ਅੰਗੂਰ ਦਾ ਮੁਕਾਬਲਾ ਨਹੀਂ ਕਰ ਸਕਦੇ। ਅੱਕ ਦੀ ਖੱਖੜੀ ਤੇ ਅੰਬ ਵੇਖਣ ਨੂੰ ਇੱਕੋ ਜਿਹੇ ਨੇ, ਪਰ ਖੱਖੜੀਆਂ ਅੰਬ ਦਾ ਮੁਕਾਬਲਾ ਨਹੀਂ ਕਰ ਸਕਦੀਆਂ, ਅੰਬ ਦੀ ਥਾਂ ਨਹੀਂ ਲੈ ਸਕਦੀਆਂ। ਨਕਲੀ ਗਹਿਣੇ ਕਹਿਣ ਲੱਗੇ ਉਹ ਜਿਹੜੇ ਅਸਲੀ ਸੋਨਾ ਹੈ ਉਹਦਾ ਮੁਕਾਬਲਾ ਨਹੀਂ ਕਰ ਸਕਦੇ। ਇਹ ਜਿਹੜੇ ਬਾਂਟੇ ਨੇ, ਇਹ ਜਿਹੜੇ ਫਟਕ ਨੇ, ਬਲੌਰ ਨੇ, ਇਹ ਹੀਰਿਆਂ ਦੀ ਥਾਂ ਨਹੀਂ ਲੈ ਸਕਦੇ। ਲੱਸੀ ਵੀ ਚਿੱਟੀ ਹੈ, ਦੁੱਧ ਵੀ ਚਿੱਟਾ ਹੈ, ਪਰ ਜਿਹੜੀ ਲੱਸੀ ਹੈ ਦੁੱਧ ਦਾ ਮੁਕਾਬਲਾ ਨਹੀਂ ਕਰ ਸਕਦੀ। ਪਿਆਰ ਲੱਸੀ ਤੇ ਕੱਲੀ ਲੱਸੀ ਹੀ ਹੈ, ਪਰ ਜਿਹੜਾ ਦੁੱਧ ਹੈ ਉਸ ਦੁੱਧ ਤੋਂ ਪਤਾ ਨਹੀਂ ਕਿੰਨੀਆਂ ਕੁ ਚੀਜ਼ਾਂ ਬਣਾਈਆਂ ਜਾ ਸਕਦੀਆਂ ਨੇ, ਕਿੰਨੇ ਕੁ ਪਦਾਰਥ ਉਸ ਤੋਂ ਹੋਰ ਬਣਾਏ ਜਾ ਸਕਦੇ ਨੇ ਦੁੱਧ ਤੋਂ। ਇਸ ਕਰਕੇ ਲੱਸੀ ਦੁੱਧ ਦਾ ਮੁਕਾਬਲਾ ਨਹੀਂ ਕਰ ਸਕਦੀ। ਵੇਖਣ ਨੂੰ ਦੋਨੋਂ ਇੱਕੋ ਜਿਹਾ ਰੰਗ ਚਿੱਟਾ ਹੀ ਹੈ। ਕਹਿਣ ਲੱਗੇ ਚਿੱਟੇ ਦਿਸਣ ਛਾਹ ਦੁੱਧ ਸਾਧੋਂ ਗੁਣ ਗਾਖੈ, ਪਰ ਸਵਾਦ ਤੋਂ ਪਤਾ ਲੱਗਦਾ ਕਿ ਇਹਦੇ ਚ ਕਿਹੜਾ ਗੁਣਵਾਨ ਤੇ ਕਿਹੜਾ ਨਹੀਂ ਗੁਣਵਾਨ। ਇਸੇ ਤਰ੍ਹਾਂ ਸਾਧ ਅਸਾਧ ਪਰਖਿਆ ਨ ਕਰਤੂਤੋਂ ਭਾਖੈ। ਕਹਿਣ ਲੱਗੇ ਹੁਣ ਸਾਧ ਕਿਹੜਾ ਤੇ ਅਸਾਧ ਕਿਹੜਾ। ਪ੍ਰਿਥਵੀ ਚੰਦ ਲਿਬਾਸ ਤੂੰ ਵੀ ਗੁਰੂ ਅਰਜੁਨ ਦੇਵ ਮਹਾਰਾਜ ਜੀ ਵਰਗਾ ਹੀ ਪਾਉਣਾ ਏ, ਬਸਤਰ ਉਹਨਾਂ ਵਰਗੇ ਪਾ ਲਏਗਾ, ਦਸਤਾਰ ਉਹਨਾਂ ਵਰਗੀ ਸਜਾ ਲਏਗਾ, ਪਹਿਰਾਵਾ ਉਹਨਾਂ ਵਰਗਾ ਤੂੰ ਬਣਾ ਲਏਗਾ। ਉਸੇ ਤਰ੍ਹਾਂ ਉਹਨਾਂ ਦੀ ਤਰ੍ਹਾਂ ਤੂੰ ਚੌਂਕੜਾ ਵੀ ਮਾਰੇਗਾ, ਨੇਤਰ ਵੀ ਬੰਦ ਕਰੇਗਾ। ਉਸੇ ਤਰ੍ਹਾਂ ਤੂੰ ਆਸਨ ਲਗਾ ਕੇ ਵੀ ਬੈਠੇਗਾ, ਗੱਦੀ ਲਗਾ ਕੇ ਬੈਠੇਗਾ, ਪਰ ਤੂੰ ਉਹਨਾਂ ਦਾ ਮੁਕਾਬਲਾ ਨਹੀਂ ਕਰ ਸਕਦਾ। ਸਾਧ ਅਸਾਧ ਪਰਖਿਆ ਨ ਕਰਤੂਤੋਂ ਭਾਖੈ। ਅਸਲ ਚ ਕਰਮਾਂ ਤੋਂ ਕਰਤੂਤਾਂ ਤੋਂ ਪਤਾ ਚੱਲਦਾ ਹੈ ਕਿ ਸਾਧ ਕਿਹੜਾ ਹੈ ਤੇ ਅਸਾਧ ਕਿਹੜਾ ਹੈ। ਕੱਲਾ ਲਿਬਾਸ, ਕੱਲਾ ਦਿਖਾਵਾ, ਕੱਲਾ ਉਹ ਜਿਹਾ ਭੇਖ ਬਣਾਉਣ ਦੇ ਨਾਲ ਨਹੀਂ, ਇਹ ਕਰਮਾਂ ਤੋਂ ਪਤਾ ਲੱਗਦਾ ਹੈ। ਇਹ ਭਾਈ ਸਾਹਿਬ ਜੀ ਨੇ ਉਦਾਹਰਨਾਂ ਦਿੱਤੀਆਂ। ਹੁਣ ਇਹ ਪ੍ਰਿਥਵੀ ਚੰਦ ਹੈ ਤੇ ਟਟਾਣੇ ਵਰਗਾ, ਹੈ ਤੇ ਜੁਗਨੂ ਵਰਗਾ, ਤੇ ਆਪਣਾ ਛੋਟਾਪਣ ਨਹੀਂ ਸਮਝਦਾ ਪਿਆ ਕਿ ਮੇਰੇ ਪੱਲੇ ਕੱਖ ਨਹੀਂ ਹੈ। ਮੁਕਾਬਲਾ ਕਰਦਾ ਪਿਆ ਸੂਰਜ ਦਾ। ਸੂਰ ਸਾਹਮਣੇ ਜਾ ਕੇ ਪਿਆਰੇ ਉਹ ਆਪਣੇ ਆਪ ਹੀ ਖਤਮ ਹੋ ਜਾਏਗਾ। ਹੁਣ ਜਿਹੜਾ ਜੁਗਨੂ ਟਟਾਣਾ ਰਾਤ ਨੂੰ ਹਨੇਰਾ ਹੋਵੇ ਤੇ ਫਿਰ ਤਾਂ ਥੋੜੀ ਥੋੜੀ ਲੋ ਇਹਦੀ ਫਿਰ ਵੀ ਦਿਖਾਈ ਪੈਂਦੀ ਜਦੋਂ ਇਹ ਉੱਡਦਾ ਏ, ਪਰ ਦਿਨੇ ਜਿੰਨਾ ਮਰਜੀ ਉੱਡੀ ਜਾਣਾ ਜੁਗਨੂ ਕਿ ਦਿਨੇ ਉਹਦੀ ਲੋ ਦਿਖਾਈ ਪੈਂਦੀ ਹੈ ਨਾ। ਸੂਰਜ ਦੇ ਸਾਹਮਣੇ ਉਹਦੀ ਨਿੱਕੀ ਜੀ ਲੋ ਬਿਲਕੁਲ ਖਤਮ ਹੋ ਜਾਂਦੀ ਹੈ। ਪ੍ਰਿਥਵੀ ਚੰਦਾ ਧੰਨ ਗੁਰ ਅਰਜੁਨ ਦੇਵ ਦੇ ਸਾਹਮਣੇ ਤੇਰੀ ਪਾਇਆ ਕੱਖ ਵੀ ਨਹੀਂ ਹੈ, ਤੂੰ ਕੁਛ ਵੀ ਨਹੀਂ ਉਹਨਾਂ ਦੇ ਸਾਹਮਣੇ। ਤੂੰ ਉਹਨਾਂ ਦਾ ਮੁਕਾਬਲਾ ਨਹੀਂ ਕਰ ਸਕਦਾ ਜਿਵੇਂ ਸੂਰਜ ਦੇ ਸਾਹਮਣੇ ਟਟਾਣੇ ਦੀ ਕੀ ਹੋਂਦ ਹੈ ਜੀ। ਪਾਤਸ਼ਾਹ ਪੰਚਮ ਪਰਪੰਚ ਕੋ ਨਰੰਚ ਜਾਣੈ, ਸੂਦੋਈ ਸੁਭਾਵ ਰਹੇ ਗ੍ਰਾਮ ਤੇ ਸਜਾਏ ਕਰ। ਦੂਜੇ ਪਾਸੇ ਧੰਨ ਗੁਰ ਅਰਜੁਨ ਦੇਵ ਮਹਾਰਾਜ ਮੇਰੇ ਸਾਹਿਬ ਜੀ ਕੋਈ ਵਾਲ ਨਹੀਂ, ਕੋਈ ਛਲ ਨਹੀਂ। ਸਤਿਗੁਰ ਜੀ ਨਿਰਮਲ ਹਿਰਦੇ ਦੇ ਮਾਲਕ, ਬਿਲਕੁਲ ਸਿੱਧਾ ਸਾਦਾ ਸਾਹਿਬ ਦਾ ਸੁਭਾਅ ਹੈ। ਮਹਾਰਾਜ ਪਿਆਰਿਓ ਜਾ ਕੇ ਨਗਰ ਵਡਾਲੀ ਉਥੇ ਰਹਿਣ ਲੱਗ ਪਏ ਹਨ ਜੀ। ਭਾਰੇ ਉਪਕਾਰ ਹੇਤ ਧਾਰਨ ਸਰੀਰ ਕਰਿਓ, ਜਹਾਂ ਰਹੇ ਤਹਾਂ ਚਾਹੇ ਹਿਤ ਸਮੁਦਾਏ ਨਰ। ਧੰਨ ਗੁਰੂ ਅਰਜੁਨ ਦੇਵ ਮਹਾਰਾਜ ਪਿਆਰੇ ਉਹਨਾਂ ਤੇ ਸਰੀਰ ਹੀ ਇਸੇ ਕਰਕੇ ਧਾਰਨ ਕੀਤਾ ਕਿ ਪਰਉਪਕਾਰ ਕਰਨ ਦੇ ਲਈ, ਮਾਨਵਤਾ ਦਾ ਭਲਾ ਕਰਨ ਦੇ ਲਈ ਉਹ ਤਾਂ ਜਿੱਥੇ ਵੀ ਰਹਿੰਦੇ ਨੇ ਉੱਥੇ ਹੀ ਲੋਕਾਂ ਦਾ ਭਲਾ ਹੀ ਚਾਹੁੰਦੇ ਨੇ ਤੇ ਭਲਾ ਹੀ ਕਰਦੇ ਹਨ ਜੀ। ਪੂਰਬ ਕਰਾਏ ਤਾਮ ਬਾਸ ਬੇਕੋ ਅਬਹਿਰਾਮ, ਜੀਤੇ ਮੈਂ ਸੁਖਾਇਨ ਬਸੇ ਤੇ ਤੋ ਕੀਨ ਥਾਏ ਬਰ। ਗੁਰੂ ਮਹਾਰਾਜ ਜੀ ਨੇ ਪਹਿਲਾਂ ਰਹਿਣ ਵਾਸਤੇ ਉੱਥੇ ਸੁੰਦਰ ਜਿਹੜੇ ਧਾਮ ਘਰ ਬਣਾਏ, ਭਾਵ ਕਿ ਜਿਹੜੀਆਂ ਸੰਗਤਾਂ ਨੇ, ਜਿਹੜੇ ਲੋਕ ਨੇ ਉੱਥੇ ਸੁੱਖ ਦੇ ਨਾਲ ਰਹਿ ਸਕਣ, ਜਿੰਨੀ ਲੋੜ ਹੈ, ਜਿੰਨੀ ਜ਼ਰੂਰਤ ਹੈ, ਮਹਾਰਾਜ ਨੇ ਉੱਥੇ ਜਾ ਕੇ ਵੀ ਰਹਿਣ ਦੇ ਲਈ, ਲੋਕਾਂ ਦੇ ਵਸੇਬੇ ਦੇ ਲਈ
ਘਰ ਬਣਵਾਉਣੇ ਆਰੰਭ ਕੀਤੇ ਹਨ ਜੀ। ਗਏ ਸੰਗ ਲੋਕ ਜੇਈ ਬਸੈ ਕਰ ਓਕਤੇ, ਗੁਰੂ ਕੀ ਸ਼ਰਨ ਮੈਂ ਅਸ਼ੋਕ ਸੁਖ ਪਾਏ ਔਰ। ਹੁਣ ਜਿਤਨੀਆਂ ਵੀ ਸੰਗਤਾਂ ਗੁਰ ਅਰਜੁਨ ਦੇਵ ਮਹਾਰਾਜ ਜੀ ਜਦੋਂ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਇਹ ਗੁਰੂ ਕੀ ਵਡਾਲੀ ਚਲੇ ਜਾਂਦੇ ਨੇ, ਤੇ ਜਿਹੜੇ ਸਿੱਖ ਸੰਗਤਾਂ ਮਹਾਰਾਜ ਨੂੰ ਕਹਿੰਦੀਆਂ ਮਹਾਰਾਜ ਅਸੀਂ ਤੁਹਾਡੇ ਨਾਲ ਹੀ ਜਾਣਾ, ਜੇ ਤੁਸੀਂ ਇੱਥੇ ਨਹੀਂ ਰਹਿਣਾ ਆਪਾਂ ਵੀ ਤੁਹਾਡੇ ਨਾਲ ਹੀ ਜਾਣਾ। ਹੁਣ ਜਿਹੜੀਆਂ ਸਿੱਖ ਸੰਗਤਾਂ ਸਤਿਗੁਰ ਦੇ ਨਾਲ ਹੀ ਗਈਆਂ, ਮਹਾਰਾਜ ਨੇ ਉਹਨਾਂ ਦੇ ਰਹਿਣ ਦੇ ਲਈ ਵੀ ਘਰ ਬਣਾਏ, ਉਹਨਾਂ ਨੇ ਉੱਥੇ ਜਾ ਕੇ ਵਸੇਬਾ ਕੀਤਾ। ਸਾਰੇ ਗੁਰ ਅਰਜੁਨ ਦੇਵ ਮਹਾਰਾਜ ਜੀ ਦੀ ਸ਼ਰਨ ਵਿੱਚ ਨੇ, ਤੇ ਕਹਿੰਦੇ ਸਤਿਗੁਰੂ ਤੁਹਾਡੀ ਸ਼ਰਨ ਵਿੱਚ ਆ, ਸਾਨੂੰ ਕੋਈ ਦੁੱਖ ਨਹੀਂ, ਕੋਈ ਸੋਖ ਨਹੀਂ, ਕੋਈ ਗਮ ਨਹੀਂ, ਕੋਈ ਫਿਕਰ ਨਹੀਂ, ਕੋਈ ਚਿੰਤਾ ਨਹੀਂ ਹੈ। ਸਾਰੇ ਫਿਰ ਸਤਿਗੁਰੂ ਜੀ ਦੀ ਚਰਨ ਸ਼ਰਨ ਵਿੱਚ ਗੁਰੂ ਆਸਰਾ ਲੈ ਕੇ ਉੱਥੇ ਜਾ ਕੇ ਘਰਾਂ ਵਿੱਚ ਰਹਿਣ ਲੱਗ ਪਏ ਹਨ ਜੀ। ਉਨ ਲਗਵਾਇਓ ਕੂਪ ਮਹਿਮਾ ਅਨੂਪ ਭਨੀ, ਨਾਮ ਹੈ ਸ਼ਿਹਰਟਾ ਅਜੋ ਸੋ ਲਗ ਜਾਣੀਐ। ਸਾਹਿਬ ਗੁਰੂ ਅਰਜੁਨ ਦੇਵ ਮਹਾਰਾਜ ਜੀ ਨੇ ਪਿਆਰਿਓ ਫਿਰ ਉੱਥੇ ਜਿਹੜਾ ਖੂਹ ਸੀ ਉਹ ਵੀ ਲਗਵਾਇਆ ਛਿਹਾਟਾ ਸਾਹਿਬ। ਹਾਲਾਂਕਿ ਇਹ ਬਹੁਤੇ ਵਿਦਵਾਨਾਂ ਦੀ ਰਾਏ ਇਹ ਹੈ ਕਿ ਜਿਸ ਵੇਲੇ ਗੁਰੂ ਹਰਗੋਬਿੰਦ ਸਾਹਿਬ ਜੀ ਉਹਨਾਂ ਦੀ ਆਮਦ ਹੁੰਦੀ ਏ, ਤੇ ਉਹਨਾਂ ਦੀ ਆਮਦ ਦੀ ਖੁਸ਼ੀ ਵਿੱਚ ਗੁਰੂ ਮਹਾਰਾਜ ਜੀ ਨੇ ਫਿਰ ਇਹ ਜਿਹੜਾ ਖੂਹ ਸੀ ਨਾ ਇਹ ਲਗਵਾਇਆ। ਕਵੀ ਜੀ ਕਹਿੰਦੇ ਨੇ ਪੁਨ ਲਗਵਾਇਓ ਕੂਪ, ਸਤਿਗੁਰੂ ਮਹਾਰਾਜ ਜੀ ਨੇ ਫਿਰ ਖੂਹ ਤਿਆਰ ਕਰਵਾਇਆ। ਮਹਿਮਾ ਅਨੂਪ ਭਨੀ, ਇਸ ਪਰ ਜਿਹੜਾ ਖੂਹ ਸੀ ਇਹਦੀ ਮਹਿਮਾ ਵੀ ਦੱਸੀ। ਨਾਮ ਹੈ ਛਿਹਰਟਾ, ਇਹਦਾ ਨਾਮ ਛਿਹਰਟਾ, ਇਹ ਛਿਹਰਟਾ ਵਾਲਾ ਖੂਹ ਹੈ ਜੀ, ਪਰ ਅਸੀਂ ਇਸਦਾ ਛਿਹਾਟਾ ਸਾਹਿਬ ਕਹਿ ਦਿੰਦੇ ਆ, ਪਰ ਅਰਥ ਨੇ ਕਿ ਛੇ ਹਰਟਾਂ ਵਾਲਾ ਇਹ ਖੂਹ ਹੈ। ਤੇ ਹੁਣ ਵੀ ਆਪ ਜੀ ਦਰਸ਼ਨ ਕਰਦੇ ਹੋ, ਜਦੋਂ ਆਪਾਂ ਛਿਹਾਟਾ ਸਾਹਿਬ ਜਾਂਦੇ ਆ ਜੀ, ਉੱਥੇ ਅੱਜ ਵੀ ਉਹ ਮੌਜੂਦ ਹੈ। ਉਹ ਜਿਹੜੀਆਂ ਹਲਟ ਨੇ ਉਹ ਵੀ ਨਾਲ ਨੇ, ਅੱਜ ਵੀ ਜਦੋਂ ਗੇੜਦੇ ਨੇ ਤੇ ਜਲ ਨਿਕਲਦਾ ਜੀ ਖੂਹ ਦਾ, ਜਿਹਨਾਂ ਦਰਸ਼ਨ ਕੀਤੇ ਨੇ। ਸਤਿਗੁਰੂ ਮਹਾਰਾਜ ਜੀ ਨੇ ਪਿਆਰੋ 6 ਹਰਟਾਂ ਵਾਲਾ ਖੂਹ ਇਹ ਫਿਰ ਉੱਥੇ ਮਨੁੱਖਾਂ ਦੇ ਮਾਨਵਤਾ ਦੇ ਭੜੇ ਵਾਸਤੇ ਲਗਵਾਇਆ ਹੈ ਜੀ। ਮੱਜਨ ਜੋ ਕਰੈ ਨਿਤ ਨਰ ਪਾਪਨ ਸੋ ਪਰ ਹਰ, ਜੋਗ ਹਵੈ ਸੁਰਗ ਕੇ ਸਗਲ ਸੁਖ ਦਾਨੀਐ। ਜਿਹੜੇ ਵੀ ਭਾਵਨਾ ਦੇ ਨਾਲ ਇੱਥੇ ਆਣ ਕੇ ਇਸ਼ਨਾਨ ਕਰਦੇ ਨੇ ਉਹ ਫਿਰ ਆਪਣੇ ਪਾਪਾਂ ਨੂੰ ਗਵਾ ਲੈਂਦੇ ਨੇ, ਆਪਣੇ ਪਾਪਾਂ ਦੀ ਮੈਲ ਧੋ ਲੈਂਦੇ ਨੇ, ਅਤੇ ਪਾਪਾਂ ਦੀ ਮੈਲ ਨੂੰ ਦੂਰ ਕਰਕੇ ਆਪਣੇ ਆਪ ਉਹ ਸਵਰਗ ਦੇ ਯੋਗ ਬਣ ਜਾਂਦੇ ਨੇ, ਸੱਚਖੰਡ ਦੇ ਯੋਗ ਬਣ ਜਾਂਦੇ ਨੇ। ਇਸ਼ਨਾਨ ਕਰਕੇ ਵਾਹਿਗੁਰੂ ਦਾ ਨਾਮ ਜਪ ਕੇ ਸਿਮਰਨ ਕਰਕੇ ਪਾਪ ਦੂਰ ਕਰਕੇ ਸਵਰਗ ਦੇ ਲਾਇਕ ਹੋ ਜਾਂਦੇ ਹਨ ਜੀ। ਮਾਸ ਮਾਸ ਪ੍ਰਤ ਇਸ਼ਨਾਨੈ ਇਸ ਥਾਨ ਆਨ, ਨੰਦਨ ਆਨੰਦ ਲਹੈ ਨਾਰੀ ਦੁਖ ਹਾਨੀਐ। ਪਿਆਰੇ ਹੁਣ ਜਿਹੜਾ ਵੀ ਇੱਥੇ ਆਉਂਦਾ ਆਣ ਕੇ ਇਸ਼ਨਾਨ ਕਰਦਾ, ਬੀਬੀਆਂ ਆਉਂਦੀਆਂ ਨੇ ਇਸ਼ਨਾਨ ਕਰਦੀਆਂ ਨੇ, ਪਿਆਰੇ ਉਹਨਾਂ ਦੀ ਭਾਵਨਾ ਨੂੰ ਭਾਗ ਲੱਗਦੇ ਨੇ। ਜੋ ਆਸ ਲੈ ਕੇ ਆਉਂਦੀਆਂ ਨੇ ਉਹਨਾਂ ਦੀ ਆਸ ਪੂਰੀ ਹੁੰਦੀ ਹੈ ਜੀ। ਬਾਸ਼ਤ ਅਪਰ ਲਹੈ ਦੋਸ਼ਨ ਕੋ ਦਹੈ ਨਰ, ਸਤਿਗੁਰੂ ਸ਼ਰਧਾ ਬਿਲੰਦ ਹੋਏ ਮਾਨੀਐ। ਇਥੋਂ ਜੋ ਮੂੰਹ ਤੋਂ ਕੋਈ ਮੰਗਦਾ, ਮੁਖ ਤੋਂ ਚੁੱਕੇ ਬੇਨਤੀ ਕਰਦਾ, ਉਹਦੀ ਅਰਦਾਸ ਪੂਰੀ ਹੁੰਦੀ ਹੈ। ਜੋ ਚਾਹੁੰਦਾ ਉਹਨੂੰ ਮਿਲਦਾ ਹੈ। ਜਿਹੜਾ ਇਸ ਅਸਥਾਨ ਤੇ ਜਾ ਕੇ ਖੂਹ ਦੇ ਜਲ 'ਚ ਇਸ਼ਨਾਨ ਕਰਦਾ, ਗੁਰੂ ਘਰ ਜਾ ਕੇ ਸੇਵਾ ਕਰਦਾ, ਬਾਣੀ ਪੜ੍ਹਦਾ, ਸਤਸੰਗ ਕਰਦਾ, ਮਾਲਕ ਦਾ ਨਾਮ ਜਪਦਾ, ਮਹਾਰਾਜ ਕਹਿੰਦੇ ਫਿਰ ਉਹਨਾਂ ਦੇ ਦੁੱਖ ਦੂਰ ਹੁੰਦੇ ਨੇ, ਦਾਤਾਂ ਮਿਲਦੀਆਂ ਨੇ, ਮੂੰਹ ਮੰਗੀਆਂ ਵਸਤੂਆਂ ਦੀ ਫਲਾਂ ਦੀ ਪ੍ਰਾਪਤੀ ਹੁੰਦੀ ਏ। ਉਹ ਮਨੁੱਖ ਆਪਣੇ ਪਾਪਾਂ ਦਾ ਨਾਸ਼ ਕਰ ਲੈਂਦਾ ਹੈ। ਸਤਿਗੁਰੂ ਜੀ ਦੇ ਪ੍ਰਤੀ ਮਨ ਅੰਦਰ ਸ਼ਰਧਾ ਭਾਵਨਾ ਬਹੁਤ ਵੱਧਦੀ ਹੈ ਜੀ। ਆਏ ਦੇਸ਼ ਦੇਸ਼ ਤੇ ਵਿਸ਼ੇਸ਼ ਲੈ ਉਪਾਇਨ ਕੋ, ਬੂਝ ਬੂਝ ਜਾਤ ਹੈ ਵਡਾਲੀ ਗੁਰ ਪਾਸ ਕੋ। ਹੁਣ ਦੇਸ਼ਾਂ ਵਿਦੇਸ਼ਾਂ ਤੋਂ ਦੂਰੋਂ ਨੇੜਿਓਂ ਸੰਗਤਾਂ ਚੱਲ ਕੇ ਆਉਂਦੀਆਂ ਨੇ ਤੇ ਵਿਸ਼ੇਸ਼ ਪ੍ਰਕਾਰ ਦੀਆਂ ਭੇਟਾਵਾਂ ਲੈ ਕੇ ਆਉਂਦੀਆਂ ਗੁਰੂ ਚਰਨਾਂ ਵਿੱਚ ਅਰਪਣ ਕਰਨ ਦੇ ਲਈ। ਜਦੋਂ ਸ੍ਰੀ ਅੰਮ੍ਰਿਤਸਰ ਸਾਹਿਬ ਪਹੁੰਚਦੀਆਂ ਨੇ, ਸਤਿਗੁਰੂ ਜੀ ਸ੍ਰੀ ਦਰਬਾਰ ਸਾਹਿਬ ਨਜ਼ਰ ਹੀ ਨਹੀਂ ਆਉਂਦੇ, ਦਰਸ਼ਨ ਹੀ ਹੁੰਦੇ।
ਫਿਰ ਪੁੱਛਦੀਆਂ ਨੇ ਕਿ ਗੁਰੂ ਅਰਜੁਨ ਦੇਵ ਮਹਾਰਾਜ ਜੀ ਕਿੱਥੇ ਨੇ। ਇੱਥੇ ਤੇ ਪ੍ਰਿਥਵੀ ਚੰਦ ਜਿਹੜਾ ਉਹ ਬੈਠਾ ਹੋਇਆ ਹੈ। ਫਿਰ ਦੱਸਣ ਵਾਲੇ ਕਹਿੰਦੇ ਕਿ ਗੁਰੂ ਅਰਜੁਨ ਦੇਵ ਮਹਾਰਾਜ ਜੀ ਤਾਂ ਵਡਾਲੀ ਸਾਹਿਬ ਚਲੇ ਗਏ ਨੇ। ਤੇ ਸਾਰੀਆਂ ਸੰਗਤਾਂ ਫਿਰ ਸ੍ਰੀ ਅੰਮ੍ਰਿਤਸਰ ਤੋਂ ਵਡਾਲੀ ਗੁਰੂ ਕੀ ਚਲੀਆਂ ਜਾਂਦੀਆਂ ਹਨ ਜੀ। ਅਨਕ ਪਦਾਰਥ ਸਕਾਰਥ ਕਰਤ ਨਰ, ਅਰਪੈ ਚਰਨ ਤੀਰ ਬੋਲੇ ਅਰਦਾਸ ਕੋ। ਜਿੱਥੇ ਗੁਰੂ ਮਹਾਰਾਜ ਜੀ ਨੇ ਸੰਗਤਾਂ ਸਤਿਗੁਰਾਂ ਦੇ ਪਾਹ ਜਾਂਦੀਆਂ ਤੇ ਫਿਰ ਜਿਹੜੇ ਪਦਾਰਥ ਲੈ ਕੇ ਆਉਂਦੀਆਂ, ਭੇਟਾਵਾਂ ਲੈ ਕੇ ਆਉਂਦੀਆਂ, ਆਪਣੀ ਕਮਾਈ ਨੂੰ ਸਕਾਰਥਾ ਕਰਦੀਆਂ ਨੇ, ਆਪਣੀ ਕੀਤੀ ਕਮਾਈ ਨੂੰ ਸਫਲ ਕਰਦੀਆਂ ਨੇ। ਕੋਈ ਬਸਤਰ ਲੈ ਕੇ ਆਉਂਦਾ, ਕੋਈ ਅੰਨ ਲੈ ਕੇ ਆਉਂਦਾ, ਕੋਈ ਧਨ ਲੈ ਕੇ ਆਉਂਦਾ, ਕੋਈ ਸੰਗਤਾਂ ਦੇ ਸਹੂਲਤਾਂ ਦੇ ਲਈ ਕੋਈ ਦਰੀਆਂ ਲੈ ਕੇ ਆਉਂਦਾ। ਇਸ ਤਰ੍ਹਾਂ ਪਿਆਰਿਓ ਗੁਰੂ ਘਰ ਅੰਦਰ ਜਿਨ੍ਹਾਂ ਵਸਤੂਆਂ ਦੀ ਲੋੜ ਹੈ, ਜੋ ਵੀ ਕੋਈ ਲੈ ਕੇ ਆਉਂਦਾ ਏ, ਸੇਵਾ ਕਰਕੇ ਆਪਣੇ ਧਨ ਭਾਗ ਸਮਝਦਾ ਹੈ, ਸਤਿਗੁਰੂ ਜੀ ਦੇ ਚਰਨਾਂ ਵਿੱਚ ਅਰਪਣ ਕਰਕੇ ਭੇਟਾਵਾਂ ਤੇ ਫਿਰ ਅਰਦਾਸਾਂ ਕਰਦੀਆਂ ਨੇ, ਬੇਨਤੀਆਂ ਕਰਦੀਆਂ ਨੇ। ਗੁਰੂ ਜੀ ਦੇ ਸਰਮੁਖ ਹਾਜ਼ਰ ਹੋ ਕੇ ਆਪੋ ਆਪਣੀਆਂ ਅਰਜ਼ੋਈਆਂ ਬੰਦਨਾ ਕਰਦੀਆਂ ਹਨ ਜੀ। ਭੀਰ ਭਈ ਰਹੇ ਇੱਕ ਆਵਤ ਹੈ ਜਾਤ ਕੇ, ਸੇਵਾ ਕੋ ਕਮਾਵੇਂ ਕੇ ਹੀਰ ਸੁਖ ਰਾਸ ਕੋ। ਸੰਗਤਾਂ ਦੀ ਬਹੁਤ ਭਾਰੀ ਭੀੜ ਉੱਥੇ ਲੱਗੀ ਰਹਿੰਦੀ ਹੈ। ਇੱਕ ਆ ਰਿਹਾ ਹੈ, ਇੱਕ ਜਾ ਰਿਹਾ ਹੈ। ਔਰ ਪਿਆਰਿਓ ਕਈ ਇੱਥੇ ਸੇਵਾ ਕਮਾ ਰਹੇ ਨੇ ਕਿ ਸਤਿਗੁਰੂ ਦੀ, ਗੁਰੂ ਕੇ ਸਿੱਖਾਂ ਦੀ ਸੰਗਤਾਂ ਦੀ ਸੇਵਾ ਇੱਥੇ ਸੁੱਖਾਂ ਦਾ ਘਰ ਏ, ਇੱਥੇ ਸੁੱਖਾਂ ਦਾ ਖਜ਼ਾਨਾ ਏ। ਕਈ ਭਾਵਨਾ ਦੇ ਨਾਲ ਕਈ ਦਿਨ ਰਹਿ ਕੇ ਇੱਥੇ ਫਿਰ ਸੇਵਾ ਕਰਦੇ ਨੇ, ਨਿਭਾਉਂਦੇ ਨੇ। ਭੀੜ ਲੱਗੀ ਰਹਿੰਦੀ ਏ, ਕਈ ਆ ਰਹੇ ਨੇ, ਕਈ ਜਾ ਰਹੇ ਹਨ ਜੀ। ਕਰਤੇ ਕੜਾਹ ਬਹੁ ਵਰਤੇ ਉਮਾਹ ਹੋਤ, ਹਰਤੇ ਉਪਾਦ ਗਨ ਤਰਤੇ ਪ੍ਰਕਾਸ਼ ਕੋ। ਪਿਆਰਿਓ ਇੱਥੇ ਫਿਰ ਕੜਾਹ ਪ੍ਰਸ਼ਾਦੀ ਦੇਗ ਤਿਆਰ ਹੁੰਦੀ ਹੈ, ਸਿੱਖ ਸੇਵਾ ਕਰਦੇ ਨੇ, ਬੜੀ ਉਤਸ਼ਾਹ ਦੇ ਨਾਲ ਦੇਗ ਵਰਤਾਈ ਜਾਂਦੀ ਹੈ। ਪਿਆਰਿਓ ਕੋਈ ਕਹਿੰਦਾ ਕਿ ਅੱਜ ਜਿਤਨੀ ਦੇਗ ਹੈ ਉਹਦੀ ਸੇਵਾ ਮੇਰੇ ਵੱਲੋਂ, ਅਗਲੇ ਦਿਨ ਦੂਸਰਾ ਕਹਿੰਦਾ ਵੀ ਸਾਰੀ ਦੇਗ ਦੀ ਸੇਵਾ ਮੇਰੇ ਵੱਲੋਂ। ਰਸਤਾਂ ਵਸਤਾਂ ਲੈ ਕੇ ਆਉਂਦੇ ਨੇ, ਪਿਆਰੋ ਸੇਵਾ ਕਰਦੇ ਨੇ, ਦੇਗ ਤਿਆਰ ਕਰਕੇ ਬੜੇ ਉਤਸ਼ਾਹ ਨਾਲ ਸੰਗਤਾਂ ਵਿੱਚ ਵਰਤਾ ਕੇ ਹਰਤੇ ਉਪਾਦ ਗਨ, ਆਪਣੇ ਪਾਪਾਂ ਤੇ ਦੁੱਖਾਂ ਦਾ ਨਾਸ ਕਰਦੇ ਨੇ ਤੇ ਧਰਤੇ ਪ੍ਰਕਾਸ਼ ਕੋ। ਪਿਆਰਿਓ ਹਿਰਦੇ ਵਿੱਚ ਗੁਰੂ ਦੇ ਗਿਆਨ ਦਾ, ਉਹਨਾਂ ਦੇ ਪ੍ਰਕਾਸ਼ ਹੋ ਜਾਂਦਾ ਹੈ ਜੀ। ਖੁਰਾਸਾਨ ਕਾਬਲ ਪਸ਼ੌਰ ਕਸ਼ਮੀਰਪੁਰ, ਧਨੀ ਕੇ ਪਲਮੇ ਦੇਸ਼ ਆਵੇਂ ਦਰਸ਼ਨ ਹਿਤ। ਇਹ ਹੁਣ ਸਾਰੇ ਸ਼ਹਿਰਾਂ ਦੇ, ਦੇਸ਼ਾਂ ਦੇ, ਇਲਾਕਿਆਂ ਦੇ ਨਾਮ ਨੇ ਜਿੱਥੋਂ ਜਿੱਥੋਂ ਸੰਗਤਾਂ ਚੱਲ ਕੇ ਆ ਰਹੀਆਂ ਨੇ। ਖੁਰਾਸਾਨ ਇਹ ਵੀ ਪਿਆਰ ਇਲਾਕਾ, ਇਹ ਵੀ ਦੇਸ਼ ਹੈ। ਔਰ ਇਹਦਾ ਜ਼ਿਕਰ ਬਾਬਾ ਨਾਨਕ ਜੀ ਨੇ ਵੀ ਕੀਤਾ ਕਿ ਖੁਰਾਸਾਨ ਕਸਮਾਨਾ ਕੀਆ ਹਿੰਦੁਸਤਾਨ, ਡਰਾਇਆ ਆਪੇ ਦੇਵ ਦੋਸ ਨ ਦਈ ਕਰਤਾ ਜਮ ਕਰ ਮੁਗਲ ਚੜਾਇਆ। ਇਹ ਖੁਰਾਸਾਨ ਹੈ, ਕਾਬੁਲ ਹੈ, ਪਸ਼ੌਰ ਹੈ, ਕਸ਼ਮੀਰ ਹੈ, ਇਹ ਧਨ ਹੈ, ਪੋਠੋਹਾਰ ਹੈ। ਲੰਮੇ ਦੇਸ਼ ਤੋਂ ਸੰਗਤਾਂ ਦਰਸ਼ਨ ਕਰਨ ਵਾਸਤੇ ਪਹੁੰਚ ਰਹੀਆਂ ਹਨ ਜੀ। ਬਲਖ ਬੁਖਾਰਾ ਮੁਲਤਾਨ ਤੇ ਮਹਾਨ ਨਰ, ਸੰਗਤ ਪਹੁੰਚੇ ਆਏ ਭੇਟ ਅਰਪਾਨ ਹਿਤ। ਬਲਖ ਬੁਖਾਰਾ ਮੁਲਤਾਨ ਦੀ ਧਰਤੀ ਤੋਂ ਸੰਗਤਾਂ ਅਨੇਕਾਂ ਪ੍ਰਕਾਰ ਦੀਆਂ ਕੀਮਤੀ ਭੇਟਾਵਾਂ ਲੈ ਕੇ ਧੰਨ ਗੁਰ ਅਰਜੁਨ ਦੇਵ ਮਹਾਰਾਜ ਜੀ ਦੇ ਹਜ਼ੂਰ ਪਹੁੰਚਦੀਆਂ ਹਨ ਜੀ। ਔਰ ਦੂਰ ਦੂਰ ਤੇ ਹਦੂਰਪੁਰ ਕਾਮਨਾ ਕੋ, ਰੂਰ ਮੁਖ ਦੇਖ ਤੇ ਜਰੂਰ ਹਰ ਖਾਨ ਹਿਤ। ਪਿਆਰਿਓ ਫਿਰ ਕਵੀ ਜੀ ਕਹਿੰਦੇ ਮੈਂ ਕਿੰਨੇ ਕੋ ਸ਼ਹਿਰਾਂ, ਕਿੰਨੇ ਕੋ ਦੇਸ਼ਾਂ ਦੇ ਨਾਮ ਲਿਖਾਂ। ਬਸ ਇਹੀ ਕਹਿੰਦੇ ਨੇ ਕਿ ਹੋਰ ਵੀ ਬਹੁਤ ਦੂਰ ਦੂਰ ਤੋਂ ਸੰਗਤਾਂ ਸਤਿਗੁਰੂ ਦੀ ਹਜ਼ੂਰੀ ਵਿੱਚ ਆਉਂਦੀਆਂ ਨੇ, ਆਪਣੇ ਮਨ ਦੀਆਂ ਕਾਮਨਾਵਾਂ, ਭਾਵਨਾਵਾਂ ਪੂਰੀਆਂ ਕਰਦੀਆਂ ਨੇ। ਸਤਿਗੁਰੂ ਜੀ ਦੇ ਸੋਹਣੇ ਮੁਖ ਦੇ ਦਰਸ਼ਨ ਕਰਕੇ ਤੇ ਖੁਸ਼ ਹੁੰਦੀਆਂ ਨੇ ਤੇ ਅੰਦਰੋਂ ਆਵਾਜ਼ ਨਿਕਲਦੀ ਹੈ ਕਿ ਗੁਰੂ ਮੁਖ ਦੇਖ ਗੁਰੂ ਸੁਖ ਪਾਇਓ।
ਕਿ ਸਤਿਗੁਰੂ ਜੀ ਦੇ ਦਰਸ਼ਨ ਕੀਤੇ ਨੇ, ਬੜਾ ਸੁਖ ਮਿਲਿਆ ਹੈ ਜੀ। ਸਦਾ ਸੁਖ ਮਾਨ ਚਿਤ, ਕੋ ਰਹੇ ਪਾਸ ਨਿਤ, ਸੇਵਤ ਸੁਜਾਨ ਥਿਤ, ਲੈਨ ਹਿਰਦੈ ਗਿਆਨ ਹਿਤ। ਤੇ ਕਈ ਪਿਆਰਿਓ ਫਿਰ ਆਪਣੇ ਚਿੱਤ ਵਿੱਚ ਸੁਖ ਮੰਨ ਕੇ ਆਨੰਦ ਲੈ ਕੇ ਤੇ ਧੰਨ ਗੁਰ ਅਰਜੁਨ ਦੇਵ ਮਹਾਰਾਜ ਉਹਨਾਂ ਦੇ ਪਾਸ ਹੀ ਰਹਿ ਜਾਂਦੇ ਨੇ, ਉਹਨਾਂ ਦੀ ਹਜ਼ੂਰੀ ਵਿੱਚ ਰਹਿੰਦੇ ਨੇ ਕੋਲ ਰਹਿ ਕੇ, ਤੇ ਪਰ ਬਹੁਤ ਸੇਵਾ ਕਰਦੇ ਨੇ ਗੁਰੂ ਜੀ ਤੋਂ ਗਿਆਨ ਲੈਣ ਦੇ ਲਈ, ਭਗਤੀ ਦਾਨ ਲੈਣ ਦੇ ਲਈ, ਨਾਮ ਦਾਨ ਦੀ ਪ੍ਰਾਪਤੀ ਦੇ ਲਈ, ਸਤਿਗੁਰੂ ਜੀ ਦੀ ਸੇਵਾ ਦੇ ਵਿੱਚ ਹਰ ਵੇਲੇ ਉਹ ਹਾਜ਼ਰ ਰਹਿੰਦੇ ਹਨ ਜੀ। ਦੁਸ਼ਮਣ ਦੇਖ ਦੇਖ ਦਾਹਾ ਹੋਤ ਦੁਖੀ ਬਹੁ, ਯਰੀ ਹੂ ਨ ਜਾਏ ਖੁਨ ਸਾਏ ਨਿਤ ਨਿੰਦ ਭਾਖਤੇ। ਹੁਣ ਜਿਹੜੇ ਦੋਖੀ ਨੇ, ਦੁਸ਼ਮਣ ਨੇ, ਉਹਨਾਂ ਦੇ ਕੋਲੋਂ ਗੁਰੂ ਘਰ ਦੀਆਂ ਇਹ ਬਰਕਤਾਂ, ਸੰਗਤਾਂ ਦਾ ਆਉਣਾ, ਰੌਣਕਾਂ, ਇਹ ਸੇਵਾ ਕਰਨੀ, ਭਟਾਵਾਂ ਦਾ ਆਉਣਾ, ਗੁਰ ਅਰਜੁਨ ਦੇਵ ਮਹਾਰਾਜ ਜੀ ਦਾ ਜਸ ਗਾਇਨ ਕਰਨਾ, ਹੁਣ ਦੋਖੀਆਂ ਦੇ ਕੋਲੋਂ ਜਰਿਆ ਨਹੀਂ ਜਾਂਦਾ। ਦੇਖ ਦੇਖ ਕੇ ਉਹਨਾਂ ਦਾ ਅੰਦਰ ਬੜਾ ਦੁਖੀ ਹੁੰਦਾ ਹੈ, ਉਹ ਈਰਖਾ ਦੀ ਅੱਗ ਵਿੱਚ ਸੜਦੇ ਪਏ ਨੇ, ਜਰੀ ਹੂ ਨਾ ਜਾਏ। ਉਹਨਾਂ ਕੋਲੋਂ ਗੁਰ ਅਰਜੁਨ ਦੇਵ ਮਹਾਰਾਜ ਜੀ ਦੀ ਵਡਿਆਈ ਇਹ ਬਰਦਾਸ਼ਤ ਨਹੀਂ ਹੋ ਰਹੀ। ਦੂਰੋਂ ਦੂਰੋਂ ਚੱਲ ਕੇ ਸੰਗਤਾਂ ਦਾ ਆਉਣਾ, ਉਹਨਾਂ ਦੇ ਚਰਨਾਂ ਵਿੱਚ ਆਣ ਕੇ ਨਮਸਕਾਰਾਂ ਕਰਨੀਆਂ, ਉਹਨਾਂ ਕੋਲ ਸਹਿਨ ਨਹੀਂ ਹੋ ਰਿਹਾ। ਹੁਣ ਜਦੋਂ ਜਰਿਆ ਨਹੀਂ ਜਾਂਦਾ, ਪੇਸ਼ ਕੋਈ ਜਾਂਦੀ ਨਹੀਂ, ਹੱਲ ਕੋਈ ਲੱਭਦਾ ਨਹੀਂ, ਤੇ ਫਿਰ ਉਹ ਕੀ ਕਰਦੇ ਨੇ, ਈਰਖਾ ਵਸ ਹੋਏ ਨਿੰਦ ਭਾਗਦੇ, ਉਹ ਫਿਰ ਨਿੰਦਾ ਵਾਲੇ ਪਾਸੇ ਤੁਰਨ ਲੱਗ ਪੈਂਦੇ ਨੇ। ਜਦੋਂ ਵੇਖਦੇ ਨੇ ਸਾਡੀ ਪੇਚ ਕੋਈ ਨਹੀਂ, ਅਸੀਂ ਹਾਰ ਗਏ ਹਾਂ, ਗੁਰੂ ਅਰਜੁਨ ਦੇਵ ਮਹਾਰਾਜ ਮੁਕਾਬਲਾ ਆਪਾਂ ਉਹਨਾਂ ਦਾ ਕਰ ਨਹੀਂ ਸਕਦੇ, ਉਹ ਸੂਰਜ ਅਸੀਂ ਜੁਗਨੂੰ, ਉਹ ਪਹਾੜ ਅਸੀਂ ਜ਼ਰਾ ਵੀ ਨਹੀਂ, ਉਹ ਸਮੁੰਦਰ ਤਰ੍ਹਾਂ ਅਸੀਂ ਇੱਕ ਬੂੰਦ ਵੀ ਨਹੀਂ। ਜਦੋਂ ਨਹੀਂ ਪਏ ਜਾਂਦੀ ਤੇ ਫਿਰ ਕੀ ਕਰਦੇ ਨੇ, ਈਰਖਾ ਵਸ ਹੋਏ ਨਿੰਦ ਭਾਗਤੇ, ਧੰਨ ਗੁਰ ਅਰਜੁਨ ਦੇਵ ਮਹਾਰਾਜ ਜੀ ਦੀ ਉਹ ਨਿੰਦਾ ਕਰਦੇ ਹਨ ਜੀ। ਬਗ ਕੇ ਕਰਮ ਕਰੇ ਹੰਸਨ ਕੀ ਰੀਸ ਧਰੈ, ਉਗਰੈ ਕਪਟ ਜਾਣੈ ਧਨ ਅਬਿਲਾਖ ਤੇ। ਹੁਣ ਕਵੀ ਜੀ ਕਹਿੰਦੇ ਨੇ ਕੰਮ ਨੇ ਇਹਨਾਂ ਦੇ ਬਗਲੇ ਵਰਗੇ ਤੇ ਰੀਸਾਂ ਕਰਦੇ ਨੇ ਹੰਸਾਂ ਦੀਆਂ। ਐਦਾਂ ਹੋ ਸਕਦਾ ਜੀ? ਇਹੀ ਗੱਲ ਬਾਬਾ ਫਰੀਦ ਸਾਹਿਬ ਜੀ ਨੇ ਕਹੀ ਸੀ ਕਿ ਹੰਸਾਂ ਦੇਖ ਤਰੰਦਿਆਂ ਬਗਾਂ ਪੇ ਆਇਆ ਚਾਓ, ਡੁੱਬ ਮੁਵੇ ਬਗ ਬੱਪੜੇ ਸਿਰ ਤਲ ਉੱਪਰ ਪਾਉ। ਹੁਣ ਹੰਸਾਂ ਨੂੰ ਤੈਰਦਿਆਂ ਦੇਖ ਜਿਹੜਾ ਬਗਲਾ, ਉਹਨੇ ਵੀ ਸੋਚ ਲਿਆ ਕਿ ਮੈਂ ਵੀ ਤਾਰੀ ਲਾਵਾਂ, ਪਰ ਹੁਣ ਬਗਲਾ ਵੇਖਣ ਨੂੰ ਤੇ ਹੰਸ ਵਰਗਾ ਹੀ ਹੈ ਨਾ ਜੀ, ਰੰਗ ਉਹਦਾ ਹੰਸ ਵਰਗਾ ਚਿੱਟਾ ਏ, ਬਿਲਕੁਲ ਉਹਦੇ ਪੈਰ ਵੀ ਉਦਾਂ ਦੇ ਨੇ, ਉਹਦਾ ਆਕਾਰ ਵੀ ਉਹੋ ਜਿਹਾ ਏ, ਉਹਦੀ ਚੁੰਝ ਗਰਦਨ ਬਿਲਕੁਲ ਹੰਸ ਵਰਗੀ ਹੈ। ਤੇ ਕਈ ਵਾਰੀ ਭੁਲੇਖਾ ਵੀ ਲੱਗ ਜਾਂਦਾ ਹੈ, ਕਈ ਵਾਰੀ ਪਿਆਰਿਓ ਅਣਜਾਣ, ਉਹ ਜਿਹਨੂੰ ਨਹੀਂ ਸਮਝ, ਉਹ ਕਈ ਵਾਰੀ ਬਗਲੇ ਨੂੰ ਹੰਸ ਵੀ ਸਮਝ ਲੈਂਦਾ ਹੈ, ਐਸਾ ਵੀ ਹੋ ਜਾਂਦਾ ਹੈ। ਕਈ ਸਿੱਖ ਵੀ ਉਸ ਵੇਲੇ ਥੋੜੇ ਜਿਹਨੂੰ ਨਹੀਂ ਸੀ ਪਤਾ, ਉਹ ਭਟਕ ਜਾਂਦੇ ਸਨ, ਉਹ ਪ੍ਰਿਥਵੀ ਚੰਦ ਨੂੰ ਗੁਰੂ ਸਮਝ ਕੇ ਉਹਦੇ ਕੋਲ ਆ ਜਾਂਦੇ ਸਨ, ਕਈ ਆਉਂਦੇ ਸਨ। ਪਰ ਬਾਬਾ ਫਰੀਦ ਸਾਹਿਬ ਜੀ ਉਹਨਾਂ ਨੇ ਬੜੀ ਸੋਹਣੀ ਗੱਲ ਕੀ, ਕਹਿੰਦੇ ਕਈ ਵਾਰੀ ਭਰਮ ਪੈ ਜਾਂਦਾ, ਭੁਲੇਖਾ ਪੈ ਜਾਂਦਾ ਹੈ। ਬਾਬਾ ਜੀ ਨੂੰ ਪੈ ਗਿਆ, ਉਹ ਕਹਿੰਦੇ ਮੈਂ ਜਾਣਿਆ ਵੱਡ ਹੰਸ ਹੈ ਤਾਂ ਮੈਂ ਕੀਤਾ ਸੰਗ। ਕਹਿੰਦੇ ਮੈਂ ਵੇਖਿਆ ਵੀ ਇਹ ਵੀ ਚਿੱਟਾ ਹੈ, ਆਕਾਰ ਉਹੋ ਜਿਹਾ, ਇਹਦੀ ਗਰਦਨ ਉਦਾਂ ਦੀ ਹੈ, ਪੈਰ ਉਦਾਂ ਦੇ ਨੇ, ਸੋਚਿਆ ਕਿ ਹੰਸ ਹੋਵੇਗਾ। ਮੈਂ ਜਾਣਿਆ ਵੱਡ ਹੰਸ ਹੈ ਤਾਂ ਮੈਂ ਕੀਤਾ ਸੰਗ, ਜੇ ਜਾਣਾ ਬਗ ਪਬੜਾ ਜਨਮਨ ਦੇਂਦੀ ਅੰਗ। ਜੇ ਮੈਨੂੰ ਪਤਾ ਹੁੰਦਾ ਚੰਦਰਾ ਬਗਲਾ, ਮੈਂ ਭੁੱਲ ਕੇ ਵੀ ਇਹਦੇ ਨੇੜੇ ਨਾ ਜਾਂਦਾ। ਭਾਵੇਂ ਹੈ ਕਿ ਮੈਂ ਇਹਦਾ ਪਹਿਰਾਵਾ ਦੇਖਿਆ, ਮੈਂ ਇਹਦੀ ਦਸਤਾਰ ਦੇਖੀ, ਮੈਂ ਇਹਦਾ ਖੁੱਲਾ ਦਾੜਾ ਦੇਖਿਆ, ਮੈਂ ਇਹਦੇ ਕਕਾਰ ਦੇਖੇ, ਮੈਂ ਇਹਦੇ ਧਰਮ ਦੇ ਚਿੰਨ੍ਹ ਦੇਖੇ, ਸੋਚਿਆ ਕਿ ਹੰਸ ਹੈ, ਬੜਾ ਗੁਰਮੁਖ ਹੈ। ਪਰ ਮੈਂ ਇਸੇ ਭੁਲੇਖੇ ਦੀ ਸੰਗਤ ਕੀਤੀ, ਤੇ ਜਦੋਂ ਮੈਂ ਇਹਦੇ ਕਰਮ ਦੇਖੇ ਤੇ ਮਨ ਮੁਖਾਂ ਵਾਲੇ ਨੀਚ ਕਰਮ, ਫਿਰ ਮੈਨੂੰ ਪਤਾ ਚੱਲਿਆ ਇਹ ਤੇ ਬਗਲਾ ਹੀ ਸੀ। ਮੈਨੂੰ ਭੁਲੇਖਾ ਲੱਗਾ ਕਿ ਹੰਸ ਹੈ, ਮੈਂ ਬਾਹਰੋਂ ਇਹਦਾ ਪਹਿਰਾਵਾ ਹੀ ਦੇਖਿਆ। ਅੱਜ ਬਹੁਤ ਕੁਝ ਹੋ ਰਿਹਾ ਜੀ, ਅੱਜ ਪਹਿਰਾਵੇ ਦਾ, ਦਿਖਾਵੇ ਦਾ ਬੜਾ ਬੋਲਬਾਲਾ ਅਸੀਂ ਦੇਖਦੇ ਹਾਂ। ਪਿਆਰੇ ਪਹਿਲਾਂ ਤੇ ਲੋਕ ਪਹਿਰਾਵਾ ਦੇ ਕੇ, ਡੰਬਰ ਦੇ ਕੇ ਮਗਰ ਲੱਗ ਜਾਂਦੇ ਨੇ, ਪਰ ਜਦੋਂ ਫਿਰ ਕੋਈ ਸਾਰ ਰਹਿੰਦੇ ਨੇ ਨਾ ਨਾਲ, ਜਦੋਂ ਅੰਦਰ ਪਤਾ ਲੱਗਦਾ ਕਰਤੂਤਾਂ ਕੀ ਹੁੰਦੀਆਂ ਨੇ, ਫਿਰ ਕਹਿੰਦੇ ਮੈਂ ਜਾਣਿਆ ਵੱਡਾ ਹੰਸ ਹੈ। ਮੈਂ ਸੋਚਿਆ ਸੀ ਬੜਾ ਧਰਮੀ ਧਾਰਮਿਕ, ਪਰ ਨਹੀਂ, ਇਹ ਤੇ ਬੜਾ ਘਟੀਆ ਨਿਕਲਿਆ। ਫਿਰ ਅਖਬਾਰਾਂ ਦੀਆਂ ਸੁਰਖੀਆਂ ਬਣਦੀਆਂ ਨੇ, ਫਿਰ ਟੀਵੀ ਤੇ ਪਿਆਰੇ ਨਿਊਜ਼ ਚੈਨਲਾਂ ਤੇ ਬਾਰ-ਬਾਰ ਦਿਖਾਉਂਦੇ ਨੇ
ਜਿਹਨੂੰ ਕਹਿੰਦੇ ਸੀ ਇਹ ਸਾਡਾ ਪਿਤਾ, ਇਹ ਭਗਵਾਨ, ਫਿਰ ਬਲਾਤਕਾਰੀ ਬਾਬਾ ਬਣ ਗਿਆ ਜੀ। ਉਹੀ ਖੇਲ ਵਿੱਚ ਸਭ ਕੁਝ ਹੋ ਜਾਂਦਾ ਜੀ। ਐ ਕੰਮ ਚੱਲਦਾ ਹੈ। ਲੋਕ ਪਹਿਲਾਂ ਭੁਲੇਖਾ ਖਾ ਜਾਂਦੇ ਨੇ, ਜਦੋਂ ਆਹ ਕੰਮ ਹੁੰਦੇ ਨੇ ਪਤਾ ਲੱਗਦਾ ਕਰਤੂਤਾਂ ਦਾ, ਫਿਰ ਕਹਿੰਦੇ ਬੜਾ ਮਾੜਾ, ਇਸ ਜਾਣਾ ਨਹੀਂ, ਉੱਥੇ ਦੁਬਾਰਾ ਨਹੀਂ ਜਾਣਾ, ਸਾਨੂੰ ਨਹੀਂ ਪਤਾ ਵੀ ਆਹ ਕਰਤੂਤਾਂ ਨੇ ਉਹਦੀਆਂ। ਏਦਾਂ ਹੁੰਦਾ ਜੀ। ਮੈਂ ਜਾਣਿਆ ਵਡਹੰਸ ਹੈ ਤਾਂ ਮੈਂ ਕੀਤਾ ਸੰਗ, ਜੇ ਜਾਣਾ ਬਗ ਬਪੜਾ ਜਨਮ ਨਾ ਦੇਂਦੀ ਅੰਗ। ਭੁਲੇਖਾ ਲੱਗ ਜਾਂਦਾ ਕਈ ਵਾਰੀ। ਪਰ ਕਹਿਣ ਲੱਗੇ ਕਵੀ ਜੀ ਕਹਿੰਦੇ ਨੇ ਜਿਹੜਾ ਪ੍ਰਿਥਵੀ ਚਾਹੁੰਦਾ ਰੀਸ ਕਰਦਾ ਗੁਰ ਅਰਜੁਨ ਦੇਵ ਜੀ ਦੀ ਹਾਲਤ ਇਹਦੀ ਹੈ ਕਿ ਕਰਮ ਇਹਦੇ ਬਗਲਿਆਂ ਵਰਗੇ ਨੇ ਤੇ ਰੀਸਾਂ ਕਰਦਾ ਹੰਸ ਦੀਆਂ। ਫਰੀ ਸਾਹਿਬ ਜੀ ਕਹਿੰਦੇ ਨੇ ਹੰਸਾਂ ਦੇਖ ਤਰੰਦਿਆਂ ਬੱਗਾਂ ਪੇ ਆਇਆ ਚਾਓ, ਡੁੱਬ ਮੁਵੇ ਬਗ ਬਪੜੇ ਸਿਰ ਤਲ ਉੱਪਰ ਪਾਉ। ਹੰਸਾਂ ਨੂੰ ਤਰਦਿਆਂ ਦੇ ਕੇ ਬਗਲਾਂ ਨੂੰ ਚਾਅ ਆਇਆ, ਕੈਸੀਵੇਂ ਤੇ ਚਿੱਟੀਆਂ, ਲਿਬਾਸ ਇੱਕੋ ਜਿਹਾ, ਪਹਿਰਾਵਾ ਇੱਕੋ ਜਿਹਾ, ਸਰੀਰ ਇੱਕੋ ਜਿਹਾ, ਆਕਾਰ ਇੱਕੋ ਜਿਹਾ, ਖੰਭ ਇੱਕੋ ਜਿਹੇ, ਗਰਦਨ ਇੱਕੋ ਜਿਹੀ ਹੈ, ਅਸੀਂ ਕਿਉਂ ਨਹੀਂ ਤਰ ਸਕਦੇ? ਪਰ ਹੁਣ ਜਦੋਂ ਲੱਗੇ ਤਰਨ ਤੇ ਬਗਲੇ ਡੁੱਬ ਗਏ, ਸਿਰ ਹੇਠਾਂ ਹੋ ਗਿਆ ਤੇ ਪੈਰ ਉੱਤੇ ਹੋ ਗਏ। ਜਿਹੜੇ ਪਖੰਡੀ ਨੇ, ਜਿਹੜੇ ਦੰਭੀ ਨੇ, ਹਰ ਇੱਕ ਦਿਨ ਹਾਲਤ ਉਹਨਾਂ ਦੀ ਇਹੀ ਹੁੰਦੀ ਹੈ ਜੀ। ਫਿਰ ਉਹ ਵੀ ਜੇਲ੍ਹਾਂ ਵਿੱਚ ਹੀ ਜਾਂਦੇ ਨੇ, ਫਿਰ ਸਜ਼ਾਵਾਂ ਮਿਲਦੀਆਂ ਨੇ, ਪਰ ਤਰਸਦੇ ਨੇ ਕਿ ਸਾਨੂੰ ਬਾਹਰੋਂ ਚਾਹ ਦਾ ਕੱਪ ਭੇਜ ਦਿਓਗੇ। ਅਗਲੇ ਕਹਿੰਦੇ ਆਹੀ ਮਿਲਣੀ ਹੈ ਜਿਹੜੀ ਜੇਲ੍ਹ 'ਚ ਬਣਦੀ ਹੈ, ਭੁਰ ਜਾ ਐਸ਼ਪ੍ਰਸਤੀ ਹੋਣਾ, ਹੁਣ ਇਹ ਤੇ ਕਿਸੇ ਨਹੀਂ ਆਉਣਾ। ਫਿਰ ਰੋਂਦੇ ਨੇ ਅੰਦਰ ਜੇਲ੍ਹ 'ਚ ਬਹਿ ਕੇ, ਫਿਰ ਤਰਲੇ ਮਾਰਦੇ ਨੇ ਕਿ ਸਾਨੂੰ ਕੋਈ ਜ਼ਮਾਨਤ ਹੀ ਕਰਾ ਦਿਓ। ਫਿਰ ਜ਼ਮਾਨਤ ਕਰਾਉਣ ਵਾਲਾ ਵੀ ਕੋਈ ਨਹੀਂ ਆਉਂਦਾ ਜੀ। ਇਹ ਫਿਰ ਡੁੱਬਦੇ ਨੇ, ਜਿਹਨਾਂ ਦਾ ਬੇੜਾ ਗਰਕ ਹੁੰਦਾ ਹੈ। ਬਕ ਕੇ ਕਰਮ ਕਰੇ ਹੰਸਨ ਕੀ ਰੀਸ ਧਰੈ। ਕਹਿਣ ਲੱਗੇ ਇਹ ਪ੍ਰਿਥਵੀ ਚੰਦ ਕਰਮ ਨੇ ਬਗਲਿਆਂ ਵਾਲੇ ਰੀਸ ਕਰਦੇ ਹੰਸਾਂ ਦੀ। ਕਹਿਣ ਲੱਗੇ ਉਗਰੇ ਕਪਟ ਜਾਣੇ ਧਨ ਅਬਲਾਕ, ਤੇ ਅਖੀਰ ਇਹਦਾ ਜਿਹੜਾ ਕਪਟ ਹੈ ਉਹ ਸਾਹਮਣੇ ਆ ਜਾਂਦਾ, ਇਹਦਾ ਫਰੇਬ ਉਗੜ ਜਾਂਦਾ ਹੈ ਜੀ। ਬਸ ਨਾ ਬਸਾਏ ਠਾਨੇ ਅਨਕ ਉਪਾਏ ਮੂੜ, ਝੂਠੇ ਹਵੈ ਬਬਾਦ ਤੇ ਮਹਾਨ ਮਨ ਮਾਖ ਤੇ। ਇਹ ਹੁਣ ਮੂਰਖ ਅਨੇਕ ਉਪਾਅ ਕਰਦੇ ਨੇ, ਪਰ ਇਹਨਾਂ ਦਾ ਵਸ ਕੋਈ ਨਹੀਂ ਚੱਲਦਾ, ਪੇਸ਼ ਇਹਨਾਂ ਦੀ ਜਾਂਦੀ ਕੋਈ ਨਹੀਂ। ਝਗੜਾ ਕਰਦੇ ਨੇ, ਝੂਠੇ ਹੁੰਦੇ ਨੇ, ਮਨ ਹੀ ਮਨ ਚ ਬੜਾ ਕ੍ਰੋਧ ਕਰਦੇ ਹਨ ਜੀ। ਹਿਰਦੈ ਗੋਪ ਰਾਖ ਤੇ ਬਿਲੰਦ ਵਿਸ਼ੈ ਕਾਂਖ ਤੇ, ਵੱਡੋ ਕੀ ਨਾ ਸੀਮ ਨਾਖ ਤੇ ਨਾ ਸੇਵਾ ਬਿਖੈ ਗਾਖ ਤੇ। ਹਿਰਦੇ ਵਿੱਚ ਖੋਟੀ ਨੀਤ ਰੱਖਦੇ ਨੇ, ਵਿਕਾਰਾਂ ਵਿੱਚ ਫਸੇ ਹੋਏ ਨੇ, ਵੱਡਿਆਂ ਦੀ ਹੱਦ ਲੰਘ ਜਾਂਦੇ ਨੇ, ਪਰ ਇਹ ਜਿਹੜੇ ਮੂਰਖ ਨੇ ਇਹ ਨਿਮਰਤਾ ਨਾਲ ਸੇਵਾ ਨਹੀਂ ਕਰਦੇ ਹਨ ਜੀ। ਸਵਈਆ ਗ੍ਰਾਮ ਬਡਾਲੀ ਬਸੇ ਸੁਖ ਸੋ, ਨਵ ਮਾਸ ਤਾਹੀਂ ਇਸ ਬਿਤਾਏ। ਕਵੀ ਜੀ ਕਹਿੰਦੇ ਨੇ ਇਹ ਤੇ ਸੀ ਪ੍ਰਿਥਵੀ ਚੰਦ ਦੀਆਂ ਚਾਲਾਂ, ਵੀ ਉਹਦੀ ਹਾਲਤ ਕੀ ਹੋ ਰਹੀ ਹੈ, ਉਹਦੀ ਦੁਰਦਸ਼ਾ ਕੀ ਹੋ ਰਹੀ ਹੈ, ਉਹ ਕਿਵੇਂ ਈਰਖਾ ਦੀ ਅੱਗ ਵਿੱਚ ਸੜਦਾ ਪਿਆ। ਪਰ ਦੂਜੇ ਪਾਸੇ ਧੰਨ ਗੁਰ ਅਰਜੁਨ ਦੇਵ ਮਹਾਰਾਜ ਗੁਰੂ ਕੀ ਵਡਾਲੀ ਨੇ, ਸਤਿਗੁਰ ਜੀ ਬੜੇ ਸੁੱਖ ਵਿੱਚ ਨੇ, ਪ੍ਰਿਥਵੀ ਚੰਦ ਦੁੱਖ ਵਿੱਚ ਹੈ। ਗੁਰੂ ਮਹਾਰਾਜ ਖੁਸ਼ ਨੇ, ਪ੍ਰਿਥਵੀ ਚੰਦ ਕਲਪਦਾ ਪਿਆ। ਸਤਿਗੁਰੂ ਜੀ ਆਨੰਦ ਲੈ ਰਹੇ ਨੇ, ਪ੍ਰਿਥਵੀ ਚੰਦ ਸੜਦਾ ਪਿਆ। ਫਰਕ ਹੈ। ਗ੍ਰਾਮ ਵਡਾਲੀ ਬਸੇ ਸੁਖ ਸੋ, ਪਿਆਰੇ ਸਤਿਗੁਰੂ ਜੀ ਵਡਾਲੀ ਨਗਰ, ਗੁਰੂ ਕੀ ਵਡਾਲੀ ਜਿਹਨੂੰ ਆਪਾਂ ਕਹਿੰਦੇ ਆ, ਸਾਹਿਬ ਜੀ ਉੱਥੇ ਆਪਣਾ ਵਸੇਬਾ ਕੀਤਾ। ਕਹਿੰਦੇ ਨਵ ਮਾਸ ਤਹਾਂ ਇਸ ਭਾਂਤ ਬਤਾਏ, 9 ਮਹੀਨੇ ਜਿਸ ਵੇਲੇ ਬਤੀਤ ਹੋ ਜਾਂਦੇ ਹਨ ਜੀ। ਸਿੱਖ ਸਮੂਹ ਕੀ ਸ਼੍ਰੇਆ ਕਰੇ, ਸਤਨਾਮ ਰੈ ਲਿਵ ਦੇਤ ਲਗਾਏ। ਸਤਿਗੁਰੂ ਜੀ ਇੱਥੇ ਰਹਿ ਕੇ ਸਿੱਖਾਂ ਨੂੰ ਉਪਦੇਸ਼ ਦੇ ਕੇ ਉਹਨਾਂ ਦਾ ਭਲਾ ਕਰਦੇ ਨੇ, ਕਲਿਆਣ ਕਰਦੇ ਨੇ, ਸਤਨਾਮ ਦਾ ਜਾਪ ਕਰਵਾਉਂਦੇ ਨੇ, ਪ੍ਰਭੂ ਦੇ ਚਰਨਾਂ ਨਾਲ ਆਈਆਂ ਸੰਗਤਾਂ ਨੂੰ ਜੋੜਦੇ ਹਨ ਜੀ। ਮੇਲ ਰਹੇ ਬਹੁ ਸੰਗਤ ਕੋ, ਧਨ ਬ੍ਰਿੰਦ ਪਦਾਰਥ ਭੇਟ ਚੜਾਏ। ਹਰ ਵੇਲੇ ਸੰਗਤਾਂ ਦਾ ਇੱਥੇ ਬੜਾ ਭਾਰੀ ਜੋੜ ਮੇਲ ਬਣਿਆ ਰਹਿੰਦਾ। ਸੰਗਤਾਂ ਭਾਰੀ ਗਿਣਤੀ ਵਿੱਚ ਇੱਥੇ ਹਰ ਵੇਲੇ ਆਈਆਂ ਰਹਿੰਦੀਆਂ ਨੇ, ਕੋਈ ਆਉਂਦਾ ਹੈ, ਕੋਈ ਜਾਂਦਾ, ਭੀੜ ਲੱਗੀ ਰਹਿੰਦੀ ਹੈ ਜੀ, ਰੌਣਕਾਂ ਲੱਗੀਆਂ ਰਹਿੰਦੀਆਂ ਨੇ। ਧਨ ਬਰਿੰਦ ਪਦਾਰਥ ਭੇਟ ਚੜਾਏ, ਅਨੇਕਾਂ ਪ੍ਰਕਾਰ ਦੇ ਪਦਾਰਥ, ਧਨ ਦੌਲਤ ਪਿਆਰਿਓ ਇਹ ਗੁਰੂ ਕੇ ਲੰਗਰਾਂ ਦੇ ਲਈ ਰਸਤਾਂ ਵਸਤਾਂ ਸੰਗਤਾਂ ਲਿਆ ਕੇ ਚੜਾਉਂਦੀਆਂ ਹਨ ਜੀ। ਸੋ ਉਪਕਾਰ ਕੇ ਕਾਰਨ ਸ੍ਰੀ ਗੁਰ ਕੂਪ ਤਿਆਦਕ ਦੇ ਬਨਵਾ। ਤੇ ਜਿਤਨਾ ਕੁਝ ਵੀ ਸੰਗਤਾਂ ਲੈ ਕੇ ਆਉਂਦੀਆਂ, ਧੰਨ ਗੁਰੂ ਅਰਜੁਨ ਦੇਵ ਮਹਾਰਾਜ ਪਿਆਰਿਓ ਸੰਗਤਾਂ ਦੇ ਮਨੁੱਖਤਾ ਦੇ ਭਲੇ ਦੇ ਲਈ ਸਾਰਾ ਧਨ ਖਰਚ ਦਿੰਦੇ ਸਨ। ਜੋੜਦੇ ਨਹੀਂ, ਜਮਾ ਨਹੀਂ ਕਰਦੇ।
ਪਰ ਉਪਕਾਰ ਦੇ ਲਈ, ਭਲਾ ਕਰਨ ਦੇ ਲਈ ਮਹਾਰਾਜ ਖੂਹ ਲਵਾਉਂਦੇ ਨੇ। ਤੇ ਗੁਰੂ ਕੀ ਉਡਾਲੀ ਵੀ ਸਾਹਿਬ ਜੀ ਨੇ ਖੂਹ ਲਵਾਇਆ ਜੀ। ਉਹ ਜਿਹੜਾ ਖੂਹ ਉਹ ਅੱਜ ਵੀ ਉੱਥੇ ਮੌਜੂਦ ਹੈ। ਸਤਿਗੁਰੂ ਜੀ ਨੇ ਉੱਥੇ ਵੀ ਖੂਹ ਲਵਾਇਆ। ਖੂਹ ਲਵਾਉਂਦੇ ਨੇ ਸੰਗਤਾਂ ਦੇ ਰਹਿਣ ਦੇ ਲਈ। ਮਹਾਰਾਜ ਉਹਨਾਂ ਦੀ ਸਹੂਲਤਾਂ ਵਾਸਤੇ ਕਮਰੇ ਬਣਾਉਂਦੇ ਨੇ ਵੀ ਸੰਗਤਾਂ ਆਉਂਦੀਆਂ ਰਾਤ ਰਹਿਣਗੀਆਂ, ਕੋਈ 4 ਦਿਨ ਕੋਈ ਹਫ਼ਤਾ ਉਹਨਾਂ ਦੇ ਰਹਿਣ ਦਾ ਪ੍ਰਬੰਧ ਕਰਦੇ ਨੇ। ਜਾਂ ਹੋਰ ਵੀ ਪਿਆਰੋ, ਜੇਕਰ ਕੋਈ ਗਰੀਬ ਆ ਜਾਂਦਾ ਹੈ, ਬੇਨਤੀ ਕਰਦਾ ਮਹਾਰਾਜ ਮੇਰੇ ਘਰੇ ਗਰੀਬੀ ਏ, ਧੀ ਜਵਾਨ ਹੋ ਗਈ ਏ, ਮਹਾਰਾਜ ਵਿਆਹ ਕਰਨਾ ਏ, ਸਤਿਗੁਰ ਕਰੋ ਕਿਰਪਾ। ਮਹਾਰਾਜ ਫਿਰ ਉਹ ਜਿਹੜੀ ਸੰਗਤਾਂ ਦੀ ਮਾਇਆ ਪਿਆਰੋ ਗਰੀਬ ਬੱਚੀਆਂ ਦੇ ਵਿਆਹ ਵਾਸਤੇ ਮੇਰੇ ਸਿਰ ਲਗਾ ਦਿੰਦੇ ਨੇ। ਕੋਈ ਆਣ ਕੇ ਕਹਿੰਦਾ ਦਾਤਾ ਸਰਦੀਆਂ ਦੀ ਰੁੱਤ ਆ ਰਹੀ ਏ, ਘਰ 'ਚ ਇੰਨੀ ਗਰੀਬੀ ਹੈ ਕਿ ਬੱਚਿਆਂ ਨੂੰ ਪਾਉਣ ਦੇ ਲਈ ਮਹਾਰਾਜ ਕੋਈ ਗਰਮ ਬਸਤਰ ਨਹੀਂ। ਸਤਿਗੁਰੂ ਜੀ ਬਿਸਤਰੇ ਤੇ ਬਸਤਰਾਂ ਦਾ ਪ੍ਰਬੰਧ ਕਰਕੇ ਦਿੰਦੇ ਨੇ। ਕੋਈ ਕਹਿੰਦਾ ਮਹਾਰਾਜ ਬਰਸਾਤ ਇੰਨੀ ਹੋਈ, ਸਾਡਾ ਤੇ ਕੱਚਾ ਮਕਾਨ ਹੀ ਢਹਿ ਗਿਆ, ਮਹਾਰਾਜ ਕਰੋ ਕਿਰਪਾ। ਸਤਿਗੁਰੂ ਜੀ ਉਹਨਾਂ ਨੂੰ ਮਕਾਨ ਬਣਵਾ ਕੇ ਦਿੰਦੇ ਨੇ। ਭਾਵੇਂ ਕਿ ਜਿਤਨੀ ਵੀ ਸੰਗਤ ਦਾ ਧਨ ਮਾਇਆ ਆਉਂਦੀ ਹੈ ਨਾ ਜੀ, ਇਹ ਗੁਰੂ ਮਹਾਰਾਜ ਇਹ ਲੋਕਾਂ ਦੇ ਲਈ, ਮਨੁੱਖਤਾ ਦੇ ਭਲੇ ਲਈ ਖਰਚ ਦਿੰਦੇ ਹਨ ਜੀ। ਦੇਗ ਚਲੇ ਦਿਨ ਰਹਿਣ ਨਿਰੰਤਰ, ਬ੍ਰਿੰਦ ਮਸੰਦ ਹੀ ਕਾਰ ਗੁਜ਼ਾਰੇ। ਦਿਨ ਰਾਤ ਗੁਰੂ ਕਾ ਲੰਗਰ ਚੱਲਦਾ ਰਹਿੰਦਾ ਹੈ। ਬਹੁਤ ਸਾਰੇ ਗੁਰੂ ਮਹਾਰਾਜ ਜੀ ਨੇ ਜਿਨ੍ਹਾਂ ਮਸੰਦਾਂ ਨੂੰ ਇਹ ਸੇਵਾ ਸੌਂਪੀ ਹੈ, ਦਿਨ ਰਾਤ ਉਹ ਕਾਰਗੁਜ਼ਾਰੀ ਕਰਦੇ ਹਨ ਜੀ। ਆਪ ਗੁਰੂ ਤਨ ਕੋ ਨਾ ਸ਼ੋਵੈ ਕਰ, ਸੇਵਕ ਆਨ ਧਰੇ ਜੋ ਅਗਾਰੈ। ਜਿਤਨੇ ਵੀ ਸੇਵਕ ਸੰਗਤਾਂ ਆਣ ਕੇ ਜੋ ਵੀ ਧਨ ਪਦਾਰਥ ਸਤਿਗੁਰੂ ਜੀ ਦੇ ਸਨਮੁਖ ਅਰਪਣ ਕਰਦੀਆਂ ਨੇ, ਪੇਟਾ ਰੱਖਦੀਆਂ ਨੇ, ਗੁਰੂ ਮਹਾਰਾਜ ਆਪ ਤੇ ਹੱਥ ਵੀ ਨਹੀਂ ਲਗਾਉਂਦੇ। ਸਤਿਗੁਰੂ ਜੀ ਤੇ ਪਿਆਰੋ ਟੱਚ ਵੀ ਨਹੀਂ ਕਰਦੇ। ਮਹਾਰਾਜ ਕਹਿੰਦੇ ਨੇ ਸੇਵਕਾਂ ਨੂੰ, ਗਾਂ ਜਿਹੜੇ ਮੁਖੀਏ ਸਿੱਖ ਨੇ, ਕਿ ਭਾਈ ਇਹ ਜੋ ਕੁਝ ਆ ਰਿਹਾ ਇਹਨੂੰ ਸਾਰਾ ਲੋਕਾਂ ਦੀਆਂ ਸਹੂਲਤਾਂ ਦੇ ਲਈ ਖਰਚ ਦੇਵੋ ਜੀ। ਲੇਹ ਸੰਭਾਰ ਪਦਾਰਥ ਜੋ ਸਭ ਪੈ ਖਰਚੈ, ਜਿਵੇਂ ਆਪ ਉਚਾਰੈ। ਜਿਹੜੇ ਸੇਵਕ ਨੇ ਬਸ ਉਹੀ ਸਾਂਭਦੇ ਨੇ, ਉਹੀ ਸੰਭਾਲਦੇ ਨੇ, ਤੇ ਜਿਵੇਂ ਜਿਵੇਂ ਗੁਰੂ ਜੀ ਕਹੀ ਜਾਂਦੇ ਨੇ ਉਵੇਂ ਉਵੇਂ ਉਹ ਮਾਇਆ, ਉਹ ਧਨ ਗੁਰੂ ਘਰ ਦੀ ਲੋਕਾਂ ਦੇ ਭਲੇ ਲਈ, ਸੰਗਤਾਂ ਦੀਆਂ ਸਹੂਲਤਾਂ ਦੇ ਲਈ, ਗਰੀਬਾਂ ਦੀਆਂ ਲੋੜਾਂ ਪੂਰੀਆਂ ਕਰਨ ਵਾਸਤੇ ਖਰਚੀ ਜਾਂਦੇ ਹਨ ਜੀ। ਕੇਵਲ ਹੇਤ ਸਭ ਹੈ ਉਪਕਾਰ ਕੇ, ਹੇਤ ਰੋਗ ਪ੍ਰਸੰਸ ਪਸਾਰੈ। ਜਿਸ ਵੇਲੇ ਗੁਰੂ ਮਹਾਰਾਜ ਲੋਕਾਂ ਦੇ, ਜਨਤਾ ਦੇ ਉਪਕਾਰ ਦੇ ਲਈ ਇਹ ਖਰਚ ਕਰਦੇ ਨੇ, ਇਸ ਤਰ੍ਹਾਂ ਧੰਨ ਗੁਰ ਅਰਜੁਨ ਦੇਵ ਮਹਾਰਾਜ ਉਹਨਾਂ ਦਾ ਜਸ ਤਰੇ ਲੋਕਾਂ ਵਿੱਚ ਫੈਲ ਗਿਆ ਹੈ। ਉਹਨਾਂ ਦੀ ਪ੍ਰਸ਼ੰਸਾ ਦੂਰ ਦੂਰ ਹੋਣ ਲੱਗ ਪਈ ਏ। ਇਧਰੋਂ ਸਤਿਗੁਰਾਂ ਦੀ ਕੀਰਤੀ ਹੋ ਰਹੀ ਏ, ਉਧਰੋਂ ਫਿਰ ਪਿਆਰਿਓ ਗੁਰੂ ਨਾਨਕ ਦੀ ਕਿਰਪਾ ਹੁੰਦੀ ਹੈ ਜੀ। ਗੁੱਜੀ ਛੰਨੀ ਨਾਹੀ ਬਾਤ, ਗੁਰੂ ਨਾਨਕ ਤੁਠਾ ਕੀਨੀ ਦਾਤ। ਗੁਰੂ ਨਾਨਕ ਸਾਹਿਬ ਕਿਰਪਾ ਕਰਦੇ ਨੇ ਤੇ ਗੁਰੂ ਕੀ ਵਡਾਲੀ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ, ਫਿਰ ਉਹਨਾਂ ਦਾ ਪ੍ਰਕਾਸ਼ ਹੁੰਦਾ, ਆਮਦ ਹੁੰਦੀ ਏ। ਕਿਵੇਂ ਆਮਦ ਹੁੰਦੀ ਹੈ, ਕਿਵੇਂ ਖੁਸ਼ੀਆਂ ਮਨਾਈਆਂ ਜਾਂਦੀਆਂ, ਇਹ ਆਪ ਜੀ ਨੇ ਕੱਲ ਦੇ ਦੀਵਾਨ ਅੰਦਰ ਸਰਵਣ ਕਰਨਾ, ਇੰਨੀ ਸੇਵਾ ਪ੍ਰਵਾਨ ਕਰਨੀ, ਹੋਈਆਂ ਬੇਅੰਤ ਭੁੱਲਾਂ ਮਾਫ ਕਰਨੀਆਂ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।